ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਗਸਤ ਦੀ 29 ਤਰੀਕ ਆ ਤੇ ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500। ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ, ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਣਾ 415 909 0503। ਮਨਜੀਤ ਸਿੰਘ ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਅਮਰਜੀਤ ਸਿੰਘ ਦਸਾਂਝ ਸਨੀ ਬਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਅਮਰਜੀਤ ਸਿੰਘ ਸਟਾਕਟਨ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, ਧਰਮ ਸਿੰਘ ਫਾਵਲਰ, ਸਰਬਜੀਤ ਸਿੰਘ ਰਿੰਡਨ ਗੈਸ ਐਂਡ ਫੂਡ ਐਲਕੋ ਨਵਾਡਾ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਮੇਲ ਸਿੰਘ ਬਲਬੀਰ ਬਾਸੀ ਐਲ ਗਰੋਵ, ਕਰਨੈਲ ਸਿੰਘ ਰੰਧਾਵਾ ਟਰਲੌਕ। ਇਹਨਾਂ ਸਾਰਿਆਂ ਨੂੰ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਜੋ ਹਰੀਕੇਨ ਆ ਰਿਹਾ ਉਹ ਕਾਫੀ ਮੇਜਰ ਹੈਗਾ, ਲਾਈਫ ਥ੍ਰੈਟਨਿੰਗ ਹੈਗਾ। ਆਈਡੈਲੀਆ ਆਲਰੇਡੀ ਫਲੋਰੀਡਾ ਵੱਲ ਉਸਨੇ ਪਹੁੰਚਣਾ ਸ਼ੁਰੂ ਕਰ ਦਿੱਤਾ ਹੈ, ਜਿਹਦੇ ਨਾਲ ਬਹੁਤ ਹੀ ਜ਼ਿਆਦਾ ਜਿਹੜੀਆਂ ਆ ਪਾਵਰਫੁਲ ਹਵਾਵਾਂ ਚੱਲ ਰਹੀਆਂ ਹੈਗੀਆਂ। ਲੋਕਾਂ ਨੇ ਆਪਣੇ ਘਰਾਂ ਨੂੰ ਤੇ ਬਿਜ਼ਨੈਸਸ ਨੂੰ ਬੋਰਡ ਅਪ ਕਰਨਾ ਸ਼ੁਰੂ ਕੀਤਾ ਹੋਇਆ ਹੈਗਾ ਤੇ ਫਲੋਰੀਡਾ ਦੇ ਵਿੱਚ ਅੱਜ ਇਹ ਕੈਟਾਗਰੀ 3 ਜੋ ਹਰੀਕੇਨ ਆ ਇਹ ਹਿੱਟ ਕਰ ਸਕਦਾ ਹੈਗਾ। ਫਸਟ ਮੇਜਰ ਕਹਿੰਦੇ ਪਈ ਇਹ ਹਰੀਕੇਨ ਹੋਊਗਾ 172 ਸਾਲਾਂ ਦੇ ਵਿੱਚ। ਐਪਲੈਚੀ ਏਰੀਆ ਜੋ ਆ ਉੱਥੇ ਦਾ ਇਹ ਦੱਸਿਆ ਜਾ ਰਿਹਾ, ਜਿੱਧਰਲੀ ਸਾਈਡ ਤੇ ਹਿੱਟ ਕਰਨਾ ਹੈਗਾ। ਨੈਸ਼ਨਲ ਗਾਰਡਸ ਨੂੰ ਆਲਰੇਡੀ ਬੁਲਾ ਲਿਆ ਗਿਆ। ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਵੀ ਰੌਨ ਡਿਸੈਂਟਸ ਨੂੰ ਪੂਰੀ ਸਪੋਰਟ ਦੀ ਗੱਲ ਕੀਤੀ ਆ। ਫਲੋਰੀਡਾ ਦੇ ਗਲਫ ਕੋਸਟ ਦੇ ਵਿੱਚ ਇਹ ਬਹੁਤ ਜ਼ਿਆਦਾ ਜਿਹੜਾ ਆ ਨੁਕਸਾਨ ਕਰੂਗਾ। ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਜੋ ਫੀਮਾ ਹੈਗੀ ਆ ਤੇ ਆਰਮੀ ਕਾਰਪਸ ਆਫ ਇੰਜੀਨੀਅਰਸ, ਇਹਨਾਂ ਨੂੰ ਸਪੋਰਟ ਕਰਨ ਦੇ ਲਈ ਪਾਵਰ ਜਨਰੇਟਰਸ ਐਵਰੀਥਿੰਗ ਜੋ ਚਾਹੀਦਾ ਹੈਗਾ ਆ ਉਹ ਲੈ ਕੇ ਉੱਥੇ ਜਿਹੜਾ ਪੂਰੀ ਤਰ੍ਹਾਂ ਐਕਟਿਵ ਕਰ ਦਿੱਤਾ ਗਿਆ ਹੈ। ਫਲੱਡ ਦਾ ਜਿਹੜਾ ਖਤਰਾ ਆ ਬਹੁਤ ਜ਼ਿਆਦਾ ਹੈਗਾ। ਇਵੈਕੂਏਸ਼ਨ ਆਰਡਰਸ ਆਲਰੇਡੀ ਜਾਰੀ ਕੀਤੇ ਗਏ ਆ। ਕਹਿੰਦੇ ਵੀ ਨੰਬਰ 1 ਕਿਲਰ ਇਹ ਜਿੰਨੇ ਵੀ ਸਟਾਰਮ ਆਉਂਦੇ ਉਹਨਾਂ ਦੇ ਵਿੱਚ ਪਾਣੀ ਹੁੰਦਾ ਆ ਤੇ ਜਦੋਂ ਜੀ ਇਹਦੇ ਕਰਕੇ ਜਿਹੜੀਆਂ ਆ ਮੌਤਾਂ ਜ਼ਿਆਦਾ ਹੁੰਦੀਆਂ, ਕਿਉਂਕਿ ਫਲੱਡ ਹੋ ਜਾਂਦਾ ਹੈਗਾ ਆ। ਫਲੋਰੀਡਾ ਦੇ ਗਵਰਨਰ ਰੌਨ ਡਿਸੈਂਟਿਸ ਨੇ ਇਹ ਕਿਹਾ ਜਿੰਨੇ ਵੀ ਲੋਕ ਆ ਉਸ ਏਰੀਏ ਦੇ ਵੀ ਆਪਣੇ ਘਰਾਂ ਨੂੰ ਛੱਡ ਕੇ ਜੋ ਹਾਇਰ ਗਰਾਊਂਡਸ ਹੈਗੀਆਂ ਆ, ਜਿੱਥੇ ਸੇਫ ਸਟਰਕਚਰਸ ਹੈਗੀਆਂ, ਉੱਥੇ ਚਲੇ ਜਾਓ। ਤੇ ਇਸ ਤੋਂ ਬਿਨਾ ਇਹ ਵੀ ਹੁਣ ਜੋ ਨੈਸ਼ਨਲ ਵੈਦਰ ਸਰਵਿਸ ਆ ਉਹ ਕਹਿ ਰਿਹਾ ਵੀ ਆਈਡੇਲੀਆ ਜੋ ਹਰੀਕੇਨ ਦਾ ਨਾਮ ਦਿੱਤਾ ਗਿਆ ਇਹ ਇਸ ਦੇ ਪਹੁੰਚਣ ਤੋਂ ਪਹਿਲਾਂ ਕੁਝ ਕੁ ਟਰਨੇਡੋਜ਼ ਵੀ ਉਸ ਸੈਂਟਰਲ ਫਲੋਰੀਡਾ ਦੇ ਏਰੀਆ ਦੇ ਵਿੱਚ ਆ ਸਕਦੇ ਹੈਗੇ ਆ। ਬਿਲਕੁਲ ਹਰਜੋਤ ਸਿੰਘ ਜੀ, ਜਿਹੜੇ ਸਟਾਰਮ ਸਰਜ ਆ ਇਹ ਸਭ ਤੋਂ ਜ਼ਿਆਦਾ ਖਤਰਨਾਕ ਹੁੰਦੀ। ਸਟਾਰਮ ਸਰਜ ਕੀ ਹੁੰਦੀ ਆ, ਜੇ ਆਪਣੇ ਸਰੋਤਿਆਂ ਨੂੰ ਸਮਝਾਉਂਦੇ ਦਰਸ਼ਕਾਂ ਨੂੰ ਦੱਸਦੇ ਜਾਈਏ, ਜਦੋਂ ਹਰੀਕੇਨ ਆਉਂਦਾ ਆ ਤੇ ਪਾਣੀ ਜਿਹੜਾ ਇਕੱਠਾ ਹੋ ਜਾਂਦਾ, ਦਰਿਆ ਚੜ੍ਹ ਕੇ, ਸਮੁੰਦਰ ਚੜ੍ਹ ਕੇ ਜਿਹੜਾ ਉਹ ਅੰਦਰ ਨੂੰ ਆ ਜਾਂਦਾ। ਕਈ ਫੁੱਟ ਪਾਣੀ ਬਹੁਤ ਹੀ ਅੰਦਰਲੇ ਇਲਾਕਿਆਂ ਤੱਕ ਪਹੁੰਚ ਜਾਂਦਾ, ਜਿੱਥੇ ਅਮੂਮਨ ਰੈਗੂਲਰ ਪਾਣੀ ਨਹੀਂ ਪਹੁੰਚਦਾ। 12 ਫੁੱਟ ਤੱਕ ਪਾਣੀ ਜਿਹੜਾ ਆ ਉਹ ਚੜ੍ਹ ਕੇ ਨਦਰਨ ਫਲੋਰੀਡਾ ਦੇ ਇਲਾਕਿਆਂ ਦੇ ਵਿੱਚ ਆ ਸਕਦਾ ਹੁੰਦਾ ਆ, ਜਿਹਦੇ ਨਾਲ ਤੇਜ਼ ਛੱਲਾਂ, ਵੱਡੀਆਂ ਛੱਲਾਂ ਜਿਹੜੀਆਂ ਆ ਉਹ ਆਉਣਗੀਆਂ ਤੇ ਉਹ ਹੋਰ ਵੀ ਜ਼ਿਆਦਾ ਨੁਕਸਾਨ ਆ ਇਸ ਦੇ ਵਿੱਚ ਕਰ ਸਕਦੀਆਂ। ਫਲੈਸ਼ ਫਲੱਡਿੰਗ ਕਾਮਨ ਹੋਊਗੀ ਇਸ ਪੂਰੇ ਮਾਮਲੇ ਦੇ ਵਿੱਚ। ਮਿਆਮੀ ਵਾਲਿਆਂ ਨੇ ਤਾਂ ਆਪਣਾ ਜਿਹੜਾ ਅੱਜ ਏਅਰਪੋਰਟ ਆ ਉਸ ਨੂੰ ਬੰਦ ਵੀ ਜਿਹੜਾ ਕਰ ਦਿੱਤਾ ਆ। ਸੋ ਬਹੁਤ ਸਾਰੇ ਆਪਣੇ ਹੁਣ ਦੋਸਤ ਮਿੱਤਰ ਬੜੇ ਉਧਰਲੇ ਪਾਸੇ ਰਹਿੰਦੇ ਨੇ, ਸੋ ਹੋਪਫੁਲੀ ਭਾਈ ਬਚਾਅ ਜਿਹੜਾ ਉਹ ਰਵੇ। ਗਲਫ ਆਫ ਮੈਕਸੀਕੋ ਦੇ ਵਿੱਚ ਗਰਮੈਸ਼ ਤੋਂ ਬਾਅਦ ਦੇ ਵਿੱਚ ਅਕਸਰ ਹੀ ਹਰੀਕੇਨ ਸੀਜ਼ਨ ਦੇਖਿਆ ਜਾਂਦਾ ਆ। ਜਦੋਂ ਹੀ ਗਰਮੀ ਜਾਣ ਵਾਲੀ ਹੁੰਦੀ ਆ ਤੇ ਉਦੋਂ ਇੱਦਾਂ ਦਾ ਇਹ ਲੋ ਪ੍ਰੈਸ਼ਰ ਏਰੀਆ, ਹਾਈ ਪ੍ਰੈਸ਼ਰ ਏਰੀਆ ਦਾ ਜਿਹੜਾ ਇਹ ਮਿਲਾਪ ਜਦੋਂ ਹੁੰਦਾ ਆ ਤਾਂ ਫਿਰ ਇਹ ਸਾਰੀਆਂ ਚੀਜ਼ਾਂ
ਬਣਦੀਆਂ ਆ। ਸੋ ਕੈਟਾਗਰੀ 1 ਸਟਾਰਮ ਇਸ ਮੌਕੇ ਐਜ਼ ਆਫ ਟੁਡੇ ਇਹਨੂੰ ਕੈਟਾਗਰੀ 1 ਸਟਾਰਮ ਮੰਨਿਆ ਜਾ ਰਿਹਾ ਹੈ, ਜਿਸ ਦੇ ਵਿੱਚ 85 ਮੀਲ ਫੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਜਿਹੜੀਆਂ ਉਹ ਚੱਲਣਗੀਆਂ। ਟੈਂਪਾ ਤੋਂ ਇਸ ਟਾਈਮ ਪੌਣੇ 300 ਮੀਲ ਇਹ ਦੂਰੀ ਤੇ ਆ, ਤੇ ਉਧਰ ਨੂੰ 14 ਮੀਲ ਫੀ ਘੰਟੇ ਦੀ ਰਫ਼ਤਾਰ ਦੇ ਨਾਲ ਵੱਧ ਰਿਹਾ ਹੈਗਾ ਆ। ਸੋ ਇਹ ਤੇਜ਼ੀ ਦੇ ਨਾਲ ਉਧਰ ਨੂੰ ਜਾ ਰਿਹਾ ਆ। 22 ਕਾਉਂਟੀਜ਼ ਦੇ ਵਿੱਚ ਵੈਕੂਏਸ਼ਨ ਆਰਡਰ ਦਿੱਤੇ ਗਏ ਨੇ। ਏਅਰ ਤੇ ਟ੍ਰੇਨ ਟਰੈਵਲ ਆ ਉਸ ਨੂੰ ਹਾਲਟ ਕਰ ਦਿੱਤਾ ਗਿਆ ਆ। 12 ਈਸਟ ਕੋਸਟ ਜਿਹੜੀ ਰਾਊਟਸ ਆ ਉਹਨਾਂ ਨੂੰ ਐਮਟਰੈਕ ਨੇ ਕੈਂਸਲ ਕੀਤਾ ਆ। ਇਹੀ ਨਹੀਂ, ਜਿਹੜਾ ਇੱਕ ਸੇਂਟ ਪੀਟਰ ਕਲੀਅਰ ਵਾਟਰ ਇੰਟਰਨੈਸ਼ਨਲ ਏਅਰਪੋਰਟ ਆ ਤੇ ਜਿਹੜਾ ਟੈਂਪਾ ਇੰਟਰਨੈਸ਼ਨਲ ਏਅਰਪੋਰਟ ਆ, ਉਹਨਾਂ ਦੋਨਾਂ ਨੇ ਆਪਣੀਆਂ ਜਿਹੜੀਆਂ ਬਿਲਡਿੰਗਸ ਅੱਜ ਦੇ ਦਿਨ ਬੰਦ ਰੱਖੀਆਂ ਆ। 42 ਉੱਥੋਂ ਦੇ ਜਿਹੜੇ ਸਕੂਲ ਡਿਸਟ੍ਰਿਕਟ ਆ, ਜਿਹੜੇ ਹੁਣੇ 2 ਹਫ਼ਤੇ ਪਹਿਲਾਂ ਹੀ ਚਾਲੂ ਹੋਏ ਸੀ, ਉਹ ਮੁੜ ਦੁਬਾਰਾ ਉਹਨਾਂ ਨੂੰ ਅਗਲੇ 2 ਦਿਨਾਂ ਦੇ ਲਈ ਬੰਦ ਕੀਤਾ ਗਿਆ ਆ। 16 ਸਟੇਟ ਕਾਲਜਿਸ, 7 ਯੂਨੀਵਰਸਿਟੀਜ਼, ਉਹਨਾਂ ਨੂੰ ਵੀ ਇਹ ਐਮਰਜੈਂਸੀ ਦੇ ਤੌਰ ਦੇ ਉੱਤੇ ਬੰਦ ਕੀਤਾ ਆ। ਐਮਰਜੈਂਸੀ ਡਿਕਲੇਅਰ ਕੀਤੀ ਗਈ ਆ। 67 ਦੇ ਵਿੱਚੋਂ 46 ਜਿਹੜੀਆਂ ਕਾਉਂਟੀਜ਼ ਨੇ ਫਲੋਰੀਡਾ ਦੇ ਵਿੱਚ, ਉੱਥੇ ਇੱਥੇ ਇਹੀ ਬਸ ਨਹੀਂ, ਨਾਰਥ ਕੈਰੋਲੀਨਾ ਦੇ ਵਿੱਚ ਵੀ ਇਹਦਾ ਸੰਭਾਵੀ ਰਾਊਟ ਬਣ ਰਿਹਾ ਆ। ਉਹਦੇ ਕਰਕੇ ਨਾਰਥ ਕੈਰੋਲੀਨਾ ਵਾਲਿਆਂ ਨੇ ਵੀ ਆਲਰੇਡੀ ਪਹਿਲਾਂ ਹੀ ਜਿਹੜੀ ਸਟੇਟ ਆਫ ਐਮਰਜੈਂਸੀ ਆ ਉਹ ਘੋਸ਼ਿਤ ਕਰ ਦਿੱਤੀ ਆ। ਨੈਸ਼ਨਲ ਗਾਰਡਸ ਤਕਰੀਬਨ 5500 ਜਿਹੜੇ ਨੈਸ਼ਨਲ ਗਾਰਡਸ ਆ ਉਹਨਾਂ ਨੂੰ ਇਸ ਦੇ ਰਿਸਪੌਂਸ ਦੇ ਲਈ ਐਕਟੀਵੇਟ ਕਰ ਦਿੱਤਾ ਗਿਆ ਆ। 8 ਸਰਚ ਤੇ ਰੈਸਕਿਊ ਦੀਆਂ ਜਿਹੜੀਆਂ ਟੀਮਸ ਆ ਉਹਨਾਂ ਨੂੰ ਤੈਨਾਤ ਕੀਤਾ ਗਿਆ ਆ। 580 ਜਿਹੜੇ ਰੈਸਕਿਊ ਪਰਸਨਲ ਆ ਉਹ ਇਹਨਾਂ ਟੀਮਸ ਦੇ ਵਿੱਚ ਸ਼ੁਮਾਰ ਹੋਣਗੇ। ਯੂਐਸ ਨੇਵੀ ਦੀਆਂ ਜਿਹੜੀਆਂ ਸ਼ਿਪਸ ਉਸ ਬੰਦਰਗਾਹਾਂ ਦੇ ਨਜ਼ਦੀਕ ਹਨ, ਉਹਨਾਂ ਨੂੰ ਉੱਥੋਂ ਹੁਣ ਜਾਣ ਦੇ ਆਦੇਸ਼ ਜਿਹੜੇ ਆ ਉਹ ਦੇ ਦਿੱਤੇ ਗਏ ਆ। ਸੋ ਇਹੀ ਨਹੀਂ, ਜਿਹੜਾ ਹਰਜੋਤ ਸਿੰਘ ਜੀ ਸਭ ਤੋਂ ਜ਼ਿਆਦਾ ਜਿਹੜਾ ਬਾਅਦ ਦੇ ਵਿੱਚ ਅਸਰ ਇਹ ਹੁੰਦਾ, ਖਾਸ ਕਰਕੇ ਫਲੋਰੀਡਾ 'ਚ ਬਜ਼ੁਰਗ ਵੀ ਬਹੁਤ ਨੇ। ਬਹੁਤ ਸਾਰੇ ਜਿਹੜੇ ਮੈਡੀਕਲ ਅਜਿਹੇ ਉਪਕਰਨਾਂ ਦੇ ਉੱਤੇ ਹੁੰਦੇ ਆ ਜਿਹਦੇ ਲਈ ਬਿਜਲੀ ਦਾ ਰਹਿਣਾ ਜ਼ਰੂਰੀ ਆ, ਤੇ ਬਿਜਲੀ ਜਾਣ ਦੀ ਸੰਭਾਵਨਾ ਸਭ ਤੋਂ ਜ਼ਿਆਦਾ ਹੁੰਦੀ ਆ। ਤੇ ਇੱਥੋਂ ਤੱਕ ਕਿ ਹਸਪਤਾਲ ਵੀ ਆਪਣੀਆਂ ਜਿਹੜੀਆਂ ਸਰਵਿਸਿਜ਼ ਆ ਉਹ ਸਸਪੈਂਡ ਜਿਹੜਾ ਉਹ ਕਰ ਰਿਹਾ। 3 ਹਸਪਤਾਲ ਜਿਹੜੇ ਆ ਉਹ ਸਸਪੈਂਡ ਕਰ ਰਹੇ ਆ ਤੇ ਆਪਣੇ ਜਿਹੜੇ ਪੇਸ਼ੈਂਟਸ ਆ ਉਹਨਾਂ ਨੂੰ ਵੱਖ-ਵੱਖ ਹੋਰ ਹਸਪਤਾਲਾਂ ਦੇ ਵਿੱਚ ਜਿਹੜੇ ਉਹ ਘੱਲ ਰਹੇ ਹੈਗੇ ਆ। ਸੋ ਸਾਰੇ ਜਣੇ ਜਿਹੜਾ ਜੀ ਭਾਈ ਧਿਆਨ ਜਿਹੜਾ ਉਹ ਰੱਖੋ, ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨੂੰ ਪੁੱਛ ਲਓ ਵੀ ਉਹ ਠੀਕ ਠਾਕ ਨੇ, ਜੇ ਕਿਸੇ ਹੋਰ ਪਾਸੇ ਜਾ ਸਕਦੇ ਆ ਤੇ ਉਹ ਸਾਰੀਆਂ ਚੀਜ਼ਾਂ ਦਾ ਜਿਹੜਾ ਉਹ ਧਿਆਨ ਜ਼ਰੂਰ ਰੱਖਿਆ ਜਾਵੇ। ਜੀ, ਅਗਲੀ ਖਬਰ ਵੱਲ ਚਲੀਏ। ਹਾਊਸ ਦੇ ਜੋ ਮੈਜੋਰਟੀ ਲੀਡਰ ਆ ਸਟੀਵ ਸਕੈਲੀਜ਼, ਉਹਨਾਂ ਨੂੰ ਕਹਿੰਦੇ ਕੈਂਸਰ ਦੇ ਨਾਲ ਜੋ ਨਿਕਲਿਆ ਤੇ ਉਸ ਨੂੰ ਟ੍ਰੀਟ ਕੀਤਾ ਜਾ ਰਿਹਾ ਹੈ। ਲੁਜ਼ੀਆਨਾ ਦੇ ਰਿਪਬਲਿਕਨ ਜੋ ਲੀਡਰ ਹੈਗੇ ਆ ਉਹਨਾਂ ਨੂੰ ਮਲਟੀਪਲ ਮਾਇਲੋਮਾ ਦੇ ਨਾਲ ਡਾਇਗਨੋਸ ਕੀਤਾ ਗਿਆ ਹੈ। ਤੇ ਇੱਕ ਸਟੇਟਮੈਂਟ ਜਾਰੀ ਹੋਈ ਆ ਉਹਨਾਂ ਵੱਲੋਂ, ਕਹਿੰਦੇ ਵੀ ਇਹ ਟ੍ਰੀਟੇਬਲ ਬਲੱਡ ਕੈਂਸਰ ਹੈਗਾ ਆ। ਕਹਿੰਦੇ ਵੀ ਕੁਝ ਮਹੀਨੇ ਮੈਨੂੰ ਇਹਦੇ ਨਾਲ ਟ੍ਰੀਟ ਕੀਤਾ ਜਾਊਗਾ, ਪਰ ਮੈਂ ਆਪਣੀਆਂ ਜਿਹੜੀਆਂ ਸਰਵਿਸਿਜ਼ ਆ ਵਾਸ਼ਿੰਗਟਨ ਦੇ ਵਿੱਚ ਉਸੇ ਤਰ੍ਹਾਂ ਜਾਰੀ ਰੱਖੂੰਗਾ। ਲੁਜ਼ੀਆਨਾ ਦਾ ਫਸਟ ਕਾਂਗਰੈਸ਼ਨਲ ਡਿਸਟ੍ਰਿਕਟ ਤੋਂ ਸਕੈਲੀਜ਼ 57 ਸਾਲਾਂ ਦੇ ਹੈਗੇ ਆ। ਕਾਂਗਰਸ ਨੇ ਅਗਸਤ ਮਹੀਨੇ ਤੋਂ ਬਾਅਦ, ਜਾਣੀ ਕਿ ਅਗਲੇ ਮਹੀਨੇ ਉਹ ਚਲ ਜਾਣਾ ਹੈਗਾ ਆ ਰੀਸੈਸ ਤੇ, ਵੀ ਵਾਪਸ ਉਹਨਾਂ ਨੇ ਅਗਲੇ ਮਹੀਨੇ ਆਉਣਾ ਹੈਗਾ ਆ। ਤੇ ਇਸ ਦੇ ਸੰਬੰਧ ਦੇ ਵਿੱਚ ਇਹ ਵੀ ਸਰੋਤਿਆਂ ਨੂੰ ਦੱਸਦੇ ਜਾਈਏ ਵੀ ਜੋ ਇਹ ਸੈਨੇਟਰ ਹੈਗੇ ਆ ਇਹਨਾਂ ਨੂੰ ਪਹਿਲਾਂ ਇੱਕ ਵਾਰੀ ਗੋਲੀ ਵੀ ਲੱਗੀ ਸੀਗੀ। ਸੋ 3 ਮਹੀਨੇ ਆਏ ਨਹੀਂ। 2017 ਦੇ ਵਿੱਚ ਇੱਕ ਮਾਸ ਸ਼ੂਟਿੰਗ ਹੋਈ ਸੀ ਕਾਂਗਰੈਸ਼ਨਲ ਬੇਸਬਾਲ ਪ੍ਰੈਕਟਿਸ ਜਦੋਂ ਹੋ ਰਹੀ ਸੀ, ਤੇ ਉਹਨਾਂ ਨੂੰ ਉੱਥੇ ਗੋਲੀਆਂ ਲੱਗੀਆਂ ਸੀਆਂ ਹਿੱਪ ਦੇ ਵਿੱਚ, ਤੇ ਉਹਨਾਂ ਦੇ ਕਈ ਜਿਹੜੇ ਆਰਗਨਸ ਆ ਉਹ ਰਪਚਰ ਹੋ ਗਏ ਸੀਗੇ। ਸੋ ਬਹੁਤ ਜ਼ਿਆਦਾ ਆਪਰੇਸ਼ਨ ਵੀ ਹੋਏ ਸੀ ਤੇ 3 ਮਹੀਨੇ ਉਹਨਾਂ ਨੇ ਉਸ ਟਾਈਮ ਦੇ ਉੱਤੇ ਛੁੱਟੀ ਵੀ ਲਈ ਸੀ। ਯੂਐਸ ਸੈਨੇਟਰ ਬਿਲ ਕਸੀਦੀ ਜੋ ਆ ਮੈਰੀਲੈਂਡ ਤੋਂ, ਉਹਨਾਂ ਨੇ ਕਿਹਾ ਵੀ ਅਸੀਂ ਸਾਰੇ ਜਣੇ ਸਟੀਵ ਸਕੈਲੀਜ਼ ਜਿਹੜੀ ਆ ਉਹਦੇ ਪਰਿਵਾਰ ਦੇ ਨਾਲ, ਫੈਮਿਲੀ ਦੀ ਪੂਰੀ ਸਪੋਰਟ ਕਰਦੇ ਆ ਤੇ ਅਰਦਾਸ ਕਰਦੇ ਆ ਵੀ ਉਹ ਬਿਲਕੁਲ ਠੀਕ ਠਾਕ ਇਸ ਬਿਮਾਰੀ ਚੋਂ ਨਿਕਲ ਆਉਣ। ਜੀ, ਲੰਮੇ ਸਮੇਂ ਤੋਂ ਇਹ ਰਿਪਬਲਿਕਨ ਪਾਰਟੀ ਦੇ ਜਿਹੜੇ ਮੈਜੋਰਟੀ ਲੀਡਰ ਦੇ ਵਜੋਂ ਜਿਹੜੇ ਉਹ ਰਹਿ ਰਹੇ ਨੇ ਰਿਪਬਲਿਕਨ ਪਾਰਟੀ ਦੇ ਹਾਊਸ ਦੇ ਵਿੱਚ। ਸੋ ਮੰਦਭਾਗੀ ਘਟਨਾ ਆ। ਸੋ ਪਹਿਲੋਂ ਸ਼ੂਟਿੰਗ ਜਿਹੜੀ ਕਈ ਸਾਲ ਪਹਿਲਾਂ ਹੋਈ ਸੀ ਤੇ ਹੁਣ ਕੈਂਸਰ ਜਿਹੜਾ ਉਹ ਨਿਕਲ ਆਉਣਾ, ਇਹ ਵੀ ਬਹੁਤ ਅਫਸੋਸਜਨਕ ਗੱਲ ਆ।
ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਡਾਕਟਰਾਂ ਨੇ ਪਹਿਲੀ ਵਾਰੀ ਇਹ ਚੀਜ਼ ਜਿਹੜੀ ਉਹ ਦੇਖੀ ਹੈ, ਆਸਟ੍ਰੇਲੀਆ ਤੋਂ ਖਬਰ ਆ ਰਹੀ ਹੈ, ਇੱਕ ਨਿਊਰੋ ਸਰਜਨ ਨੇ ਇੱਕ ਪੈਰਾਸਿਟਿਕ ਵਾਰਮ ਉਹ ਇੱਕ ਬੀਬੀ ਦੇ ਦਿਮਾਗ ਦੇ ਵਿੱਚ ਜਿੰਦਾ ਜਾਗਦਾ ਜਿਹੜਾ ਆ ਉਹ ਦੇਖਿਆ ਆ। ਉਹ ਇਨਵੈਸਟੀਗੇਟ ਕਰ ਰਹੇ ਸੀਗੇ ਵੀ ਇਹ ਮਿਸਟਰੀ ਇਲਨੈਸ ਉਹਨੂੰ ਆ ਵੀ ਬਾਰ-ਬਾਰ ਉਹ ਬੀਬੀ ਬਿਮਾਰ ਹੋਈ ਜਾ ਰਹੀ ਸੀਗੀ। ਇੱਕ ਆਸਟ੍ਰੇਲੀਅਨ ਨੇਟਿਵ ਰਾਉਂਡ ਵਾਰਮ ਆ, ਉਹ ਸਮਹਾਓ ਇਸ ਬੀਬੀ ਦੇ ਦਿਮਾਗ ਤੱਕ ਪਹੁੰਚ ਗਿਆ। ਉਸਦਾ ਇਹ ਲਾਰਵਾ ਕਹਿੰਦੇ ਆ ਵੀ ਉੱਥੇ ਸੀਗਾ ਤੇ ਦਿਮਾਗ ਦੇ ਵਿੱਚ ਘੁੰਮ ਫਿਰ ਰਿਹਾ ਸੀ, ਜਿਸ ਕਰਕੇ ਉਹ ਬਹੁਤ ਵਾਰੀ ਜਿਹੜੀ ਉਹ ਬਿਮਾਰ ਰਹਿਣ ਲੱਗ ਪਈ ਸੀ। 64 ਸਾਲਾਂ ਦੀ ਇਹ ਆਸਟ੍ਰੇਲੀਅਨ ਬੀਬੀ ਦੇ ਦਿਮਾਗ ਦੇ ਵਿੱਚ ਪੈਰਾਸਿਟਿਕ ਵਾਰਮ ਲੱਭਾ ਆ। ਸਰਜਨ ਹਰੀਪ੍ਰਿਆ ਬੰਦੀ ਉਸ ਨੇ 3 ਇੰਚ ਲੰਬਾ ਇਹ ਜਿਹੜਾ ਵਾਰਮ ਆ ਉਸ ਦੀ ਸਕਲ ਦੇ ਵਿੱਚ ਲੱਭਾ ਜਦ ਉਸ ਦੀ ਬਾਇਓਪਸੀ ਕੀਤੀ ਗਈ ਕੈਨਬਰਾ ਹਸਪਤਾਲ ਦੇ ਵਿੱਚ। ਸੋ ਹੁਣ ਕਹਿੰਦੇ ਵੀ ਉਸ ਨੂੰ ਉੱਥੋਂ ਕੱਢ ਤਾਂ ਜਿਹੜਾ ਉਹ ਲਿਆ ਆ, ਤੇ ਬੜੀ ਅਚੰਭੇ ਵਾਲੀ ਗੱਲ ਸੀਗੀ। ਕਹਿ ਸਕਦੇ ਹਾਂ ਵੀ ਡਾਕਟਰਾਂ ਦੇ ਲਈ ਇਹ ਪਹਿਲਾ ਇਨਸੀਡੈਂਟ ਇਹ ਹੋਇਆ ਆ ਵੀ ਉਹ ਅਲਾਈਵ ਸੀਗਾ ਤੇ ਤੁਰ ਫਿਰ ਜਿਹੜਾ ਉਹ ਰਿਹਾ ਸੀਗਾ। ਦਿਮਾਗ ਤੱਕ ਕਿੱਦਾਂ ਪਹੁੰਚਿਆ, ਕਿਵੇਂ ਪਹੁੰਚਿਆ, ਇਹ ਤਾਂ ਹੁਣ ਇੱਕ ਜਾਂਚ ਦਾ ਜਿਹੜਾ ਉਹ ਵਿਸ਼ਾ ਜਿਹੜਾ ਉਹ ਰਹੇਗਾ। ਪਰ ਆਪਾਂ ਬਹੁਤ ਵਾਰੀ ਜਿਹੜਾ ਹਰਜੋਤ ਸਿੰਘ ਜੀ ਇਦਾਂ ਦੀਆਂ ਖਬਰਾਂ ਜਿਹੜੀਆਂ ਉਹ ਕੀਤੀਆਂ ਆ, ਸੁਣੀਆਂ ਆ, ਜਾਂ ਲੋਕਾਂ ਨੂੰ ਪਤਾ ਲੱਗਾ ਆ ਵੀ ਕੋਈ ਕਿਤੇ ਸਵਿਮਿੰਗ ਕਰਨ ਗਿਆ, ਉਹਦੇ ਕੋਈ ਅਜਿਹਾ ਬਿਮਾਰੀ ਪੈ ਗਈ, ਕੋਈ ਕਿਤੇ ਕੁਛ ਕਰਨ ਗਿਆ ਤੇ ਉਹ ਕੋਈ ਜਿਹੜੀ ਅਜਿਹੀ ਚੀਜ਼ ਜਿਹੜੀ ਆ ਉਹਨੂੰ ਆ ਗਿਆ, ਫਲੈਸ਼ ਈਟਿੰਗ ਬੈਕਟੀਰੀਆ, ਕੋਈ ਦਿਮਾਗ ਬ੍ਰੇਨ ਈਟਿੰਗ, ਕੋਈ ਇਦਾਂ ਦੀਆਂ ਚੀਜ਼ਾਂ। ਤੇ ਹੁਣ ਇਹ ਪੈਰਾਸਿਟਿਕ ਵਾਰਮ ਉਸ ਦੇ ਦਿਮਾਗ ਦੇ ਵਿੱਚੋਂ ਜਿਹੜਾ ਉਹ ਨਿਕਲਿਆ ਹੈਗਾ ਆ। ਸੋ 1 ਸਾਲ ਤੋਂ ਕਹਿੰਦੇ ਉਹ ਪੀੜਤ ਸੀਗੀ, ਜਿਸ ਤੋਂ ਬਾਅਦ ਦੇ ਵਿੱਚ ਬਾਇਓਪਸੀ ਦੇ ਵਿੱਚ ਇਹ ਲੱਭਿਆ ਤੇ ਉਹਨੂੰ ਫਿਰ ਇਵੈਂਚੁਅਲੀ ਜਿਹੜਾ ਉੱਥੇ ਕੱਢ ਲਿਆ ਗਿਆ। ਜੀ, ਅਗਲੀ ਖਬਰ ਵੱਲ ਚੱਲੀਏ। USA ਨੇ 10 ਡਰੱਗਸ ਜਿਹੜੀਆਂ ਮੈਡੀਕੇਅਰ ਵਾਲੇ ਲੈਂਦੇ ਹੈਗੇ ਆ, ਉਹਨਾਂ ਦੀ ਪ੍ਰਾਈਸ ਨੈਗੋਸ਼ੀਏਸ਼ਨ ਕੀਤੀ ਆ। ਸਾਰਿਆਂ ਨੂੰ ਪਤਾ ਹੈ ਜਦੋਂ ਤੁਸੀਂ 65 ਸਾਲ ਤੋਂ ਉੱਪਰ ਹੋ ਜਾਂਦੇ ਤੁਹਾਨੂੰ ਮੈਡੀਕੇਅਰ ਮਿਲਦਾ ਹੈ, ਤੇ ਬਹੁਤ ਸਾਰੇ ਸੀਨੀਅਰਸ ਜਿਹੜੇ ਆ ਉਹ ਅਫੋਰਡ ਨਹੀਂ ਕਰ ਸਕਦੇ ਡਰੱਗਸ ਦੀਆਂ, ਦਵਾਈਆਂ ਦੀਆਂ। ਡਰੱਗ ਆਪਾਂ ਕਹਿ ਦਿੰਦੇ ਦਵਾਈਆਂ ਬਰੋ ਜਿਹੜੀਆਂ ਦਵਾਈਆਂ ਨੂੰ ਵੀ ਡਰੱਗ ਹੀ ਕਹਿੰਦੇ ਨੇ। ਹਾਂਜੀ, ਉਹਨਾਂ ਦੀ ਜਿਹੜੀਆਂ ਕੀਮਤਾਂ ਆ ਬਹੁਤ ਹਾਈ ਹੈਗੀਆਂ ਆ। ਅਮਰੀਕਾ ਦੇ ਵਿੱਚ ਬਹੁਤ ਹਾਈ ਆ, ਆਪਣੇ ਗੁਆਂਢੀ ਮੁਲਕ ਕੈਨੇਡਾ 'ਚ ਬੜੀਆਂ ਸਸਤੀਆਂ ਹੈਗੀਆਂ। ਮੋਨੋਪਲੀ ਪੂਰੀ ਇੱਥੇ ਕੰਪਨੀਆਂ ਨੇ ਰੱਖੀ ਹੋਈ ਆ। ਸੋ ਇਹ ਜੋ 10 ਦਵਾਈਆਂ ਹੈਗੀਆਂ ਆ ਜਿਨ੍ਹਾਂ ਦੀਆਂ ਪ੍ਰਾਈਸਿਸ ਨੈਗੋਸ਼ੀਏਟ ਕੀਤੀਆਂ ਗਈਆਂ ਆ, ਇਹ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਅੱਜ ਸਟੇਟਮੈਂਟ ਜਾਰੀ ਕੀਤੀ ਆ ਵੀ ਕੋਈ ਰੀਜ਼ਨ ਨਹੀਂ ਹੈ ਜਿਹੜੇ ਅਮਰੀਕਨਸ ਆ ਉਹਨਾਂ ਨੂੰ ਇਹ ਦਵਾਈਆਂ ਦੇ ਲਈ ਜੋ ਲਾਈਫ ਸੇਵਿੰਗ ਪ੍ਰਿਸਕ੍ਰਿਪਸ਼ਨਸ ਹੁੰਦੀਆਂ ਆ ਉਹਨਾਂ ਦੀਆਂ ਪ੍ਰਾਈਸਿਸ ਘੱਟ ਹੋਣ। ਬਿਗ ਫਾਰਮਾ ਦੇ ਵੱਡੀਆਂ ਵੱਡੀਆਂ ਪਾਕਟਸ ਜਿਹੜੀਆਂ ਆ ਉਹ ਭਰ ਰਹੀਆਂ ਹੈਗੀਆਂ। ਕਹਿੰਦੇ ਵੀ ਜੇ ਜਿਸ ਟਾਈਮ ਤੇ ਇਹ ਇੰਪਲੀਮੈਂਟ ਹੋ ਜਾਊ, ਜੋ ਨੈਗੋਸ਼ੀਏਟਡ ਦਵਾਈਆਂ ਦੀਆਂ ਪ੍ਰਾਈਸਿਸ ਹੈਗੀਆਂ ਆ, ਇਹਦੇ ਨਾਲ 9 ਮਿਲੀਅਨ ਸੀਨੀਅਰਸ ਨੂੰ ਕਾਫੀ ਫਾਇਦਾ ਹੋਊਗਾ, ਖਾਸ ਕਰਕੇ ਜੋ ਡਾਇਬੀਟੀਜ਼ ਤੇ ਆ ਜਾਂ ਹੋਰ, ਉਹਨਾਂ ਨੂੰ $6497 ਆਊਟ ਆਫ ਪਾਕਟ ਹਰ ਸਾਲ ਜੋ ਜਾਂਦੇ ਆ ਉਹਨਾਂ ਦੇ ਉਹ ਬਚਾਉਣ ਦੇ ਵਿੱਚ ਫਾਇਦਾ ਹੋਊਗਾ। ਮਰਕ ਤੇ ਕੰਪਨੀ ਦੀ ਡਾਇਬੀਟੀਜ਼ ਦੀ ਡਰੱਗ ਜੈਨੂਵੀਆ, ਐਲੀਕੁਇਸ, ਰਾਈਵਲ, ਜ਼ਾਰੈਲਟੋ, ਇਹ ਜੌਨਸਨ ਐਂਡ ਜੌਨਸਨ ਦੀ ਆ। ਐਬੀਜ਼ ਲੁਕੀਮੀਆ ਟ੍ਰੀਟਮੈਂਟ ਆ ਇੱਕ। ਇਹ ਜੋ ਡਰੱਗਸ ਆ 10 ਦੇ ਕਰੀਬ ਹੈਗੀਆਂ ਜਿਹੜੀਆਂ ਨੈਗੋਸ਼ੀਏਟਡ ਕੀਤੀਆਂ ਗਈਆਂ ਆ ਵੱਖ-ਵੱਖ ਕੰਪਨੀਆਂ ਦੇ ਨਾਲ। US ਸੈਂਟਰ ਫਾਰ ਮੈਡੀਕੇਅਰ ਤੇ ਮੈਡੀਕੇਡ ਸਰਵਿਸਿਜ਼ ਨੇ $50 ਬਿਲੀਅਨ ਸਪੈਂਡ ਕੀਤੇ ਆ ਜੂਨ 1 2022 ਤੋਂ ਲੈ ਕੇ ਮਈ 31 2023 ਤੱਕ ਔਨ 10 ਡਰੱਗਸ। ਹੁਣ ਦੇਖ ਲਓ ਕਿ 10 ਦਵਾਈਆਂ ਤੇ ਮੈਡੀਕੇਅਰ ਦੇ ਲਈ ਇਹ ਗਵਰਨਮੈਂਟ ਨੇ ਇੰਨੇ ਪੈਸੇ ਸਪੈਂਡ ਕੀਤੇ। ਬਾਕੀ ਜਿਹੜੇ ਇੰਡੀਵਿਜੂਅਲ ਦਵਾਈਆਂ ਲੈਂਦੇ ਉਹ ਆਊਟ ਆਫ ਪਾਕਟ ਕਿੰਨਾ ਸਪੈਂਡ ਕਰਦੇ ਹੈਗੇ ਆ। ਸੋ ਇਹ 10 ਦਵਾਈਆਂ ਦੇ ਉੱਤੇ ਕਹਿੰਦੀ ਟੋਟਲ ਜਿਹੜੀ ਕਾਸਟ ਆ ਮੈਡੀਕੇਅਰ ਦੀ ਉਹ 20% ਬਣਦੀ ਆ। ਸੋ ਇੰਨੀ ਜ਼ਿਆਦਾ ਜਿਹੜੀ ਇਹ ਕਾਸਟ ਹੈਗੀ ਆ। ਇੰਪੋਰਟੈਂਟ ਆ, ਨਾਲੇ ਦੇਖੋ ਵੀ ਕਿੰਨੀ ਜੀ। ਇਹ ਦਵਾਈਆਂ ਇੰਪੋਰਟੈਂਟ ਸੀ। ਸੋ ਨੈਗੋਸ਼ੀਏਟ ਇਹਨਾਂ ਨੇ ਕੀਤਾ, ਚੰਗੀ ਗੱਲ ਹੈ ਐਡਮਿਨਿਸਟ੍ਰੇਸ਼ਨ ਦੀ ਇਸ ਦੇ ਵਿੱਚ। ਜਿੱਥੇ ਦਾਦ ਦੇਣੀ ਬਣਦੀ ਉੱਥੇ ਦੇਣੀ ਵੀ ਚਾਹੀਦੀ ਵੀ ਭਾਈ ਲੋਕਾਂ ਦੀ ਜੀਵਨ ਮੌਤ ਦਾ ਜਿਹੜਾ ਸਵਾਲ ਆ ਤੇ ਉਹ ਦਵਾਈਆਂ ਸਸਤੀਆਂ ਹੋਣ, ਲੋਕਾਂ ਦੇ ਲਈ ਅਫੋਰਡੇਬਲ ਹੋਣ। ਆਪਾਂ ਨੂੰ ਪਤਾ ਹੀ ਆ ਵੀ ਇੱਥੇ ਹਾਲ ਕੀ ਹੋਈ ਜਾਂਦਾ। ਬਹੁਤ ਵਾਰੀ ਆਪਾਂ ਆਪਣੇ ਗੁਆਂਢੀ ਮੁਲਕ ਦੇ ਮੈਡੀਕਲ ਸਿਸਟਮ ਨੂੰ ਕੋਸਦੇ ਵੀ ਆ, ਪਰ ਇੱਥੇ ਦੇਖ ਲਓ ਵੀ ਬੰਦਾ ਕਈ ਵਾਰੀ ਇਨਸੂਲਿਨ ਲੈਣ ਜੋਗਾ ਵੀ ਜਿਹੜਾ ਉਹ ਨਹੀਂ ਰਹਿੰਦਾ, ਇੰਨੀ ਜਿਹੜੀ ਆ ਉਹ ਮਹਿੰਗੀ ਕਰੀ ਜਾਂਦੇ ਸੀ। ਇੱਥੋਂ ਤੱਕ ਕਿ ਜਦ $35 ਆਊਟ ਆਫ ਪਾਕਟ ਮੈਕਸੀਮਮ ਉਸ ਦੇ ਉੱਤੇ ਕਰਨ ਦੀ ਬਿੱਲ ਜਿਹੜੇ ਆਏ ਆ, ਕਈ ਸਿਆਸਤਦਾਨਾਂ ਨੇ ਉਸ ਦਾ ਜਿਹੜਾ ਵਿਰੋਧ ਵੀ ਕਰਤਾ ਸੀਗਾ। ਉਹ ਤੁਸੀਂ ਹੁਣ ਹਿਸਾਬ ਲਾ ਲਓ ਵੀ ਕਿਸ ਤਰੀਕੇ ਦੇ ਨਾਲ ਇਹ ਫਾਰਮਾਸਿਊਟੀਕਲ ਕੰਪਨੀਜ਼ ਦਾ
ਪੂਰਾ ਦਬਦਬਾ ਜਿਹੜਾ ਇੱਥੇ ਕਾਇਮ ਆ। ਸੋ ਇਹਦੇ ਵਿੱਚ ਹੁਣ ਕਹਿੰਦੇ ਵੀ ਜਿਹੜਾ ਇਨਫਲੇਸ਼ਨ ਰਿਡਕਸ਼ਨ ਐਕਟ ਆ ਉਸ ਦੇ ਤਹਿਤ ਇਹ ਸਾਰੀਆਂ ਜਿਹੜੀਆਂ ਨੈਗੋਸੀਏਸ਼ਨਸ ਹੋਈਆਂ ਨੇ। ਤੇ ਜੀ ਇਹ ਸੋ 2027 ਤੋਂ ਜਿਹੜੇ ਪ੍ਰਾਈਸ ਚੇਂਜ ਆ ਜਿਹੜੇ ਹਰਜੋਤ ਸਿੰਘ ਜੀ ਇਹ ਜਿਹੜੀਆਂ 2010 ਦੇ ਜਿਹੜੇ ਪਹਿਲੇ ਸੈਟ ਆਫ ਡਰੱਗਸ ਆ ਉਹ 2026 1 ਜਨਵਰੀ 2026 ਤੋਂ ਚੇਂਜਸ ਹੋਣੇ ਆ। ਤੇ ਉਸ ਤੋਂ ਬਾਅਦ ਦੇ ਵਿੱਚ 15 ਹੋਰ ਦਵਾਈਆਂ ਦੇ ਉੱਤੇ ਇਹਨਾਂ ਨੇ ਨੈਗੋਸ਼ੀਏਟ ਕਰਨਾ ਆ। ਫਾਈਨਲ ਪ੍ਰਾਈਸ ਜਿਹੜਾ ਉਹ 2027 ਦੇ ਵਿੱਚ ਇਨ ਇਫੈਕਟ ਦੇ ਵਿੱਚ ਆਊਗਾ। ਜੀ ਸੋ ਬਿਲਕੁਲ ਬਹੁਤ ਸਾਰੀਆਂ ਜਿਹੜੀਆਂ ਦਵਾਈਆਂ ਇਹ ਹਾਰਟ ਫੇਲਿਅਰ ਨੂੰ ਲੈ ਕੇ ਆਟੋ ਇਮਿਊਨ ਕੰਡੀਸ਼ਨ ਕੈਂਸਰ ਸਿਰੋਸਿਸ ਆਰਥਰਾਈਟਿਸ ਡਾਇਬੀਟੀਜ਼ ਨੂੰ ਲੈ ਕੇ ਜਿਹੜੀਆਂ ਆਮ ਬਜ਼ੁਰਗਾਂ ਦੇ ਵਿੱਚ ਹੋ ਜਾਂਦੀਆਂ ਆਮ ਬਿਮਾਰੀਆਂ ਹੈਗੀਆਂ। ਜ਼ਿਆਦੀਆਂ ਨੇ। ਸੋ ਆਪਾਂ ਇੱਥੇ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਆ ਹੋਰ ਖਬਰਾਂ ਦੇ ਨਾਲ। ਪ੍ਰੋਟੈਸਟ ਨੂੰ ਲੈ ਕੇ ਕੀ ਚੱਲ ਰਿਹਾ ਹੈ ਉਸ ਦੇ ਬਾਰੇ ਵੀ ਚਰਚਾ ਕਰਾਂਗੇ, ਥੋੜੀਆਂ ਇਮੀਗ੍ਰੇਸ਼ਨ ਦੀਆਂ ਗੱਲਾਂ ਬਾਤਾਂ ਵੀ ਹੋਣਗੀਆਂ। ਤੇ 3M ਇੱਕ ਜਿਹੜੀ ਬੜੀ ਵੱਡੀ ਕੰਪਨੀ ਆ ਉਹਨਾਂ ਨੇ ਇੱਕ ਲਾ ਸੂਟ ਜਿਹੜਾ ਆ ਉਹ ਸੈਟਲ ਕੀਤਾ ਆ। ਉਸ ਦੇ ਬਾਬਤ ਵੀ ਆਪਾਂ ਜਿਹੜੀ ਉਹ ਚਰਚਾ ਕਰਾਂਗੇ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸਤਿ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਮੈਨੂਫੈਕਚਰਿੰਗ ਜਾਇੰਟ 3M ਜਿਹਦੀਆਂ ਬਹੁਤ ਸਾਰੀਆਂ ਚੀਜ਼ਾਂ ਆਪਾਂ ਅਕਸਰ ਵਰਤਦੇ ਰਹਿੰਦੇ ਆ, ਉਹ $6 ਬਿਲੀਅਨ ਪੇ ਕਰਨਗੇ। ਇੱਕ ਜਿਹੜਾ ਹੀਅਰਿੰਗ ਲਾਸ ਲਾਸੂਟਸ ਉਹਨਾਂ ਦੇ ਉੱਤੇ ਚੱਲ ਰਹੇ ਸੀ, ਉਸ ਨੂੰ ਸੈਟਲ ਕਰਨ ਦੇ ਲਈ ਇਹ ਮਿਲਟਰੀ ਦੇ ਏਅਰ ਪਲੱਗਸ ਬਣਾਉਂਦੇ ਸੀਗੇ। 3 ਲੱਖ ਤੋਂ ਵੱਧ ਜਿਹੜੇ ਹੀਅਰਿੰਗ ਲਾਸ ਦੀਆਂ ਕੰਪਲੇਂਟਸ ਇਹਨਾਂ ਏਅਰ ਪਲੱਗ ਦੇ ਬਾਬਤ ਉਹ ਦਰਜ ਕਰਾਈਆਂ ਗਈਆਂ। ਬਹੁਤ ਸਾਰੇ ਜਿਹੜੇ ਵੈਟਰਨਸ ਆ ਉਹ ਇਹ ਕਹਿ ਰਹੇ ਆ ਵੀ ਸਾਨੂੰ ਜਿਹੜੀ ਇਹ ਹੀਅਰਿੰਗ ਲਾਸ ਆ, ਸੁਣਨਾ ਜਿਹੜਾ ਘਟਿਆ ਆ, ਉਹ ਇਹਦੇ ਵਿੱਚ ਇਹ 3M ਦੇ ਬਣਾਏ ਹੋਏ ਈਅਰ ਪਲੱਗਸ ਆ ਉਹ ਮਾੜੇ ਸੀਗੇ ਜਾਂ ਚੰਗੀ ਤਰ੍ਹਾਂ ਪੂਰੀ ਤਰ੍ਹਾਂ ਪ੍ਰੋਟੈਕਟ ਨਹੀਂ ਸੀ ਕਰ ਰਹੇ ਕੰਨ ਨੂੰ, ਉਹਦੇ ਨਾਲ ਹੋਇਆ ਆ। ਇਹਦੀ ਅਨਾਉਂਸਮੈਂਟ ਅੱਜ ਜਿਹੜੀ ਉਹ ਹੋਈ ਆ। 3 ਲੱਖ ਤੋਂ ਵੱਧ ਜਿਹੜੇ ਕਲੇਮਸ ਆ ਉਹ ਵੈਟਰਨਸ ਦੇ ਬਿਹਾਫ ਦੇ ਉੱਤੇ ਸਬਮਿਟ ਕੀਤੇ ਗਏ ਸੀਗੇ ਤੇ 3M $6 ਬਿਲੀਅਨ ਉਹ ਦਊਗੀ ਇਹਨਾਂ ਸਾਰਿਆਂ ਨੂੰ, ਜਿਸ ਦੇ ਵਿੱਚੋਂ ਵੀ ਕਹਿੰਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਵੀ 3M ਵਾਲੇ ਇਹ ਵੀ ਕਹਿੰਦੇ ਆ ਵੀ ਸਾਡੇ ਜਿਹੜੇ ਏਅਰ ਪਲੱਗ ਆ ਉਹ ਅਜੇ ਵੀ ਸੇਫ ਨੇ ਤੇ ਇਫੈਕਟਿਵ ਨੇ ਜੇ ਇਹਨੂੰ ਆਪਾਂ ਚੰਗੇ ਤਰੀਕੇ ਦੇ ਨਾਲ ਵਰਤਦੇ ਆ। ਜੇ ਭਾਈ ਬਿਲਕੁਲ ਸੇਫ ਤੇ ਇਫੈਕਟਿਵ ਸੀਗੇ ਤੇ ਫਿਰ 3 ਲੱਖ ਤੋਂ ਵੱਧ ਕੰਪਲੇਂਟਸ ਕਾਹਤੇ ਜਿਹੜੀਆਂ ਉਹ ਆ ਗਈਆਂ। ਇਹ ਐਗਰੀਮੈਂਟ ਜਿਹੜੇ ਅਟਰਨੀਜ਼ ਨੇ ਦੱਸਿਆ, ਕਹਿੰਦੇ ਵੀ ਇੱਕ ਬਹੁਤ ਵੱਡੀ ਜਿੱਤ ਹੋਈ ਆ। ਹਜ਼ਾਰਾਂ ਹੀ ਉਹਨਾਂ ਆਰਮੀ ਪਰਸਨਸ ਦੇ ਲਈ, ਬੰਦੇ ਬੁੜੀਆਂ ਦੇ ਲਈ, ਜਿਨ੍ਹਾਂ ਨੇ ਮੁਲਕ ਦੇ ਲਈ ਆਪਣੀ ਜਾਨ ਦਾਅ ਦੇ ਉੱਤੇ ਜਿਹੜੀ ਉਹ ਲਾਈ ਆ ਤੇ ਬਾਅਦ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਪੱਕੀ ਬਦਲ ਗਈ, ਕਿਉਂਕਿ ਇਹ ਜਿਹੜੇ 3M ਦੇ ਏਅਰ ਪਲੱਗਸ ਆ ਉਹ ਨਹੀਂ ਜਿਹੜੇ ਉਹ ਚੱਲੇ ਸੀਗੇ। ਨਾਲ ਹੀ ਜੂਨ ਦੇ ਵਿੱਚ 3M ਪਹਿਲਾਂ ਵੀ ਇੱਕ ਹੋਰ ਸੈਟਲਮੈਂਟ ਕਰ ਚੁੱਕਾ, ਜਿਹਦੇ ਵਿੱਚ $10.4 ਬਿਲੀਅਨ ਉਹਨਾਂ ਨੇ ਦੇਣੇ ਆ ਅਗਲੇ 13 ਸਾਲਾਂ ਦੇ ਲਈ। ਇਹ ਦੁਨੀਆ ਦੀਆਂ ਪਬਲਿਕ ਜਿਹੜੀਆਂ ਵਾਟਰ ਸਪਲਾਈਜ਼ ਆ ਮੁਲਕ ਭਰ ਦੇ ਵਿੱਚ, ਉਹਨਾਂ ਨੂੰ ਇਹ ਫੰਡ ਕਰਨਗੇ ਜਿਹੜੇ ਇੱਥੇ ਜਿਹੜੇ ਪਰਮਾਨੈਂਟ ਮੰਨੇ ਨਹੀਂ ਜਾਂਦੇ ਵੀ ਕੈਮੀਕਲਸ ਆ, ਉਹ ਪੱਕੇ ਜਿਹੜੇ ਰਹਿ ਜਾਂਦੇ ਆ ਜਾਂ ਫੋਰਐਵਰ ਕੈਮੀਕਲਸ ਕਹਿ ਜਾਂਦੇ ਆ, ਉਹਨਾਂ ਨੂੰ ਲੈ ਕੇ, ਕਿਉਂਕਿ ਇਹਨਾਂ ਦੇ ਕਰਕੇ ਹੀ ਵੀ ਪ੍ਰੋਬਲਮ ਜਿਹੜੀ ਉਹ ਆਈ ਆ। ਸੋਮਵਾਰ ਕਹਿੰਦੇ ਵੀ ਸੈਟਲਮੈਂਟ ਦੀ ਖਬਰ ਆਉਣ ਤੋਂ ਬਾਅਦ 'ਚ ਇਹਨਾਂ ਦੇ ਸਟਾਕ ਦੇ ਵਿੱਚ 5% ਦਾ ਵਾਧਾ ਹੋ ਗਿਆ। ਇਹ ਸਟਾਕਾਂ ਦਾ ਵੀ ਵੈਸੇ ਪਤਾ ਨਹੀਂ ਲੱਗਦਾ ਕਿੱਦਾਂ ਚੱਲਦਾ। ਇੱਕ ਪਾਸੇ $6 ਬਿਲੀਅਨ ਦੀ ਸੈਟਲਮੈਂਟ ਕਰ ਰਹੇ ਆ, ਦੂਜੇ ਪਾਸੇ ਜਿਹੜੇ ਇਹਨਾਂ ਦਾ ਸਟਾਕ ਆ ਉਹ 5% ਉੱਤੇ ਨੂੰ ਚੱਲ ਰਿਹਾ ਆ। ਜੀ, ਅਗਲੀ ਖਬਰ ਵੱਲ ਚਲੀਏ। ਕੋਲੰਬੀਆ ਜੋ ਮੁਲਕ ਹੈਗਾ ਆ, ਉੱਥੇ ਦੇ ਸ਼ਹਿਰ ਬਗੋਟਾ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਆ, ਉਹ ਆਪਣੀਆਂ ਕਾਰਾਂ ਤੇ ਮੋਟਰ ਬਾਈਕ ਦੇ ਉੱਤੇ ਪ੍ਰੋਟੈਸਟ ਕਰਨ ਆ ਗਏ ਤੇ ਪੂਰੀਆਂ ਜੋ ਉੱਥੇ ਦੇ ਜਿੰਨੇ ਮੇਨ ਸ਼ਹਿਰ ਦੀਆਂ ਸੜਕਾਂ ਆ ਪੂਰੀ ਤਰ੍ਹਾਂ ਜਾਮ ਕਰ ਦਿੱਤੀਆਂ। ਸੋ ਕਿੱਦਾਂ ਦਾ ਪ੍ਰੋਟੈਸਟ ਹੁੰਦਾ ਉਹਨੇ ਦੁਨੀਆ ਨੂੰ ਸ਼ੋਅ ਕੀਤਾ। ਕਾਰਨ ਕੀ ਆ ਵੀ 50% ਗੈਸ ਦੀਆਂ ਪ੍ਰਾਈਸਸ ਦੇ ਵਿੱਚ ਉੱਥੇ ਵਾਧਾ ਹੋ ਗਿਆ ਹੈਗਾ।
ਉੱਥੇ ਦੀ ਗਵਰਨਮੈਂਟ ਦੇ ਜੋ ਪ੍ਰੈਜ਼ੀਡੈਂਟ ਆ ਗੁਸਤਾਵੋ ਪੈਟਰੋ, ਉਹਨਾਂ ਨੇ ਇਹ ਕਿਹਾ ਵੀ ਜੋ ਗੈਸੋਲੀਨ ਦੀਆਂ ਸਬਸਿਡੀ ਅਸੀਂ $11 ਬਿਲੀਅਨ ਹਰ ਸਾਲ ਦਿੰਦੇ ਸੀ, ਇਹ ਸਬਸਿਡੀ ਸਾਨੂੰ ਐਲੀਮੀਨੇਟ ਕਰਨੀਆਂ ਪੈਣੀਆਂ ਆ, ਤਾਂ ਕਿ ਅਸੀਂ ਜਿਹੜਾ ਕਰਜ਼ਾ ਆ, ਨੈਸ਼ਨਲ ਡੈਪਟ ਹੈਗੀ ਆ, ਉਹ ਜੋ ਆਇਲ ਕੰਪਨੀ ਹੈ ਇਕੋ ਪੈਟਰੋਲ ਉਹਨੂੰ ਦੇਣ ਵਾਲੀ ਆ, ਉਹਨਾਂ ਨੂੰ ਦੇ ਸਕੀਏ ਤੇ ਆਪਣਾ ਜਿਹੜਾ ਕਰਜ਼ਾ ਆ ਮੁਲਕ ਦਾ ਘਟਾ ਸਕੀਏ। ਪਰ ਜੋ ਲੋਕ ਆ ਉਹ ਬਹੁਤ ਅਪਸੈਟ ਹੈਗੇ ਵੀ ਇੱਕੋ ਦਮ 50% ਜੋ ਗੈਸ ਦੀਆਂ ਪ੍ਰਾਈਸਿਸ ਆ ਉਹ ਵੱਧ ਗਈਆਂ ਹੈਗੀਆਂ। ਕੋਲੰਬੀਆ ਦੇ ਵਿੱਚ 9,000 ਪੈਸੋਜ਼ ਇਹ ਗੈਲਨ ਆ ਗੈਸ ਦੀ ਪ੍ਰਾਈਸ ਅਗਸਤ ਦੇ ਵਿੱਚ ਪਿਛਲੇ ਸਾਲ, ਜਾਣੀ ਕਿ $2.50 ਨੂੰ ਬਣਦੀ ਆ ਉਹ, ਜੋ ਵੱਧ ਕੇ 14,000 ਪੈਸੋਜ਼ ਹੋ ਗਈ, $3.40। ਸੋ ਇਸ ਕਰਕੇ ਲੋਕ ਜੋ ਆ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਉੱਥੇ ਪ੍ਰੋਟੈਸਟ ਕਰ ਰਹੇ ਹੈਗੇ। ਜੀ, ਯੂਨੀਵਰਸਿਟੀ ਆਫ ਨਾਰਥ ਕੈਰੋਲੀਨਾ ਦੇ ਵਿੱਚ ਕੱਲ ਜਿਹੜੀ ਸ਼ੂਟਿੰਗ ਹੋਈ ਸੀ, ਜਿਸ ਦੇ ਵਿੱਚ ਇੱਕ ਫੈਕਲਟੀ ਦਾ ਮੈਂਬਰ ਆ ਉਸਦਾ ਮੌਤ ਹੋ ਗਈ ਸੀ। ਟੈਲਾਈ ਕੁਈ ਨਾਂ ਦਾ PhD ਦਾ ਜਿਹੜਾ ਸਟੂਡੈਂਟ ਆ, ਅਪਲਾਈਡ ਫਿਜ਼ੀਕਲ ਸਾਇੰਸਿਸ ਦੇ ਵਿੱਚ ਉਹ ਮੇਜਰ ਜਿਹੜਾ ਉਹ ਕਰ ਰਿਹਾ ਸੀ, ਉਸ ਨੂੰ ਫਸਟ ਡਿਗਰੀ ਮਰਡਰ ਚਾਰਜ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ ਚੈਪਲ ਹਿਲ ਕੈਂਪਸ ਤੋਂ, ਇਸ ਡੈਡਲੀ ਜਿਹੜੀ ਸ਼ੂਟਿੰਗ ਆ ਉਸ ਤੋਂ ਬਾਅਦ ਦੇ ਵਿੱਚ। ਜਿਹੜਾ ਸਟਾਫ ਮੈਂਬਰ ਫੈਕਲਟੀ ਦਾ ਮੈਂਬਰ ਦੀ ਮੌਤ ਹੋਈ ਆ, ਉਸ ਦਾ ਨਾਮ ਅਜੇ ਤੱਕ ਪਹਿਲਾਂ ਜਿਹੜਾ ਉਹ ਨਹੀਂ ਸੀ ਦੱਸਿਆ ਗਿਆ, ਪਰ ਐਸੋਸੀਏਟ ਪ੍ਰੈਸ ਨੇ ਰਿਪੋਰਟ ਕੀਤਾ ਵੀ ਜੀਜ਼ਾਈ ਯੈਨ ਕਰਕੇ ਉਸ ਦਾ ਨਾਂ ਸੀ, ਤੇ ਇਹ PhD ਸਟੂਡੈਂਟ ਦਾ ਐਡਵਾਈਜ਼ਰ ਸੀਗਾ ਜਿਸ ਨੇ ਇਹ ਕਤਲ ਕੀਤਾ ਹੈਗਾ ਆ। ਮੋਟਿਵ ਕੀ ਹੈ ਇਸ ਦੇ ਪਿੱਛੇ, ਉਹ ਕਹਿੰਦੇ ਅਨਕਲੀਅਰ ਆ, ਪਰ ਉੱਤੋਂ ਜੇ ਝਾਤਖੋਰੀ ਕਰੀਏ ਤਾਂ ਇਦਾਂ ਹੀ ਲੱਗਦਾ ਵੀ ਉਹਦੀ ਇੱਧਰ PhD ਦੇ ਵਿੱਚ ਉਹਨੂੰ ਕੋਈ ਮੁਸ਼ਕਿਲਾਂ ਸੀ, ਉਹਦੀ ਹੋਣ ਨਹੀਂ ਸੀ ਦੇ ਰਿਹਾ, ਜਾਂ ਉਹਨੂੰ ਕਹਿ ਰਿਹਾ ਹੋਊਗਾ ਵੀ ਭਾਈ ਤੂੰ ਆ ਵੀ ਕਰ ਉਹ ਵੀ ਕਰ। ਪਰ ਇਹ ਇੱਕ ਦੇ ਨਾਲ ਕਹਿੰਦੇ ਵੀ ਜਿਹੜੇ ਵਿਦਿਆਰਥੀ ਆ ਉਹ ਖਾਸੇ ਜਿਹੜੇ ਟਰੋਮਾਟਾਈਜ਼ਡ ਹੋ ਚੁੱਕੇ ਆ। ਸੋ ਕਹਿੰਦੇ ਵੀ ਅੱਜ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਊਗਾ ਤੇ ਉਹਦੇ ਜਿਹੜੇ ਚਾਰਜਸ ਆ ਸ਼ਾਇਦ ਉਸ ਨੂੰ ਸੁਣਾਏ ਜਾ ਸਕਦੇ ਆ। ਜਦ ਇਹ ਸ਼ੂਟਿੰਗ ਦੀ ਘਟਨਾ ਵਾਪਰ ਰਹੀ ਸੀ, UNC ਦੇ ਜਿਹੜੇ ਸਟੂਡੈਂਟਸ ਆ ਉਹ ਆਪਣੇ ਡਾਰਮ ਰੂਮਸ ਚੋਂ, ਕਮਰਿਆਂ ਚੋਂ ਕਹਿ ਲਓ ਵੀ ਬਾਰੀਆਂ ਥਾਣੀ ਛਾਲਾਂ ਮਾਰਦੇ ਜਿਹੜੇ ਉਹ ਦੇਖੇ ਗਏ। ਕਈ ਘੰਟਿਆਂ ਤੱਕ UNC ਦਾ ਜਿਹੜਾ ਕੈਂਪਸ ਆ ਉਹ ਲੋਕਡਾਊਨ ਦੇ ਉੱਤੇ ਰਿਹਾ, ਕਿਉਂਕਿ ਅਲਰਟ ਸਾਰਿਆਂ ਨੂੰ ਪਹੁੰਚਿਆ ਵੀ ਕੋਈ ਆਰਮਡ ਪਰਸਨ ਉਹ ਉੱਥੇ ਹੋ ਸਕਦਾ ਆ। ਇਵੈਂਚੁਅਲੀ ਇਸ ਨੂੰ ਕੁਝ ਘੰਟਿਆਂ ਬਾਅਦ ਟੈਲਾਈ ਕੁਈ ਨੂੰ ਜਿਹੜਾ ਆ ਉਹ ਗ੍ਰਿਫਤਾਰ ਕੀਤਾ ਗਿਆ। ਟੈਲਾਈ ਕੁਈ ਦੇ ਫੜੇ ਜਾਣ ਤੋਂ ਬਾਅਦ ਦੇ ਵਿੱਚ ਕਿਹਾ ਵੀ ਬਹੁਤ ਸਾਰੇ ਪੁਲਿਸ ਸੀਗੇ ਤੇ ਜਿਹੜਾ ਉਹਦਾ ਐਡਵਾਈਜ਼ਰ ਆ ਤੇ ਉਸ ਦੇ ਬਾਬਤ ਕਹਿੰਦਾ ਵੀ ਉਹਨੇ ਸੋਸ਼ਲ ਮੀਡੀਆ ਤੇ ਕਈ ਵਾਰੀ ਜਿਹੜੀਆਂ ਚੀਜ਼ਾਂ ਆ ਉਹ ਲਿਖੀਆਂ ਸੀਗੀਆਂ। ਸੋ ਇੱਕ ਵਾਰੀ ਫੇਰ ਕਹਿ ਸਕਦੇ ਆ ਹਰਜੋਤ ਸਿੰਘ ਜੀ ਵੀ ਗੁੱਸਾ ਉੱਬਲ ਕੇ ਗੋਲੀकांड ਦੇ ਵਿੱਚ ਜਿਹੜਾ ਉਹ ਬਦਲ ਗਿਆ। ਲੋਕਾਂ ਦਾ ਗੁੱਸੇ ਦੇ ਉੱਤੇ ਕਿਸੇ ਵੀ ਤਰੀਕੇ ਦਾ ਅੱਜ ਕੱਲ੍ਹ ਕਾਬੂ ਨਹੀਂ ਰਹਿ ਰਿਹਾ, ਲੋਕ ਕਾਲੇ ਪੈ ਰਹੇ ਆ, ਤੇ ਇਸ ਨੂੰ ਇੱਕ ਨਤੀਜੇ ਦੇ ਵਜੋਂ ਆਪਾਂ ਨੂੰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਜ਼ਰ ਆ ਰਹੀਆਂ ਆ। ਭਾਈ ਇੱਕ ਤਾਂ ਆਪਣੇ ਆਪ ਦੇ ਉੱਤੇ ਕਾਬੂ ਰੱਖਣ ਦੀ ਜਿਹੜੀ ਕੋਸ਼ਿਸ਼ ਕਰੀਏ, ਤੇ ਭਾਈ ਦੂਜੇ ਬੰਦੇ ਨੂੰ ਗੁੱਸਾ ਅੱਜ ਕੱਲ੍ਹ ਨਾ ਹੀ ਚੜਾਈਏ ਤੇ ਚੰਗੀ ਗੱਲ ਆ। ਪਤਾ ਨਹੀਂ ਲੱਗਦਾ ਹੁੰਦਾ ਅਗਲਾ ਕੀ ਕੁਛ ਕਰ ਚੁੱਕੇ। ਜੀ, ਸੋ PhD ਦਾ ਸਟੂਡੈਂਟ ਸੀ ਨਾ, ਆਪਣੇ ਹੀ ਪ੍ਰੋਫੈਸਰ ਨੂੰ ਜਿਹੜੀ ਗੋਲੀ ਮਾਰ ਕੇ ਮਾਰਿਆ। ਦੇਖੋ ਕਾਰਨ ਉਹ ਦੱਸਿਆ ਵੀ ਬਹੁਤ ਜ਼ਿਆਦਾ ਜਿਹੜਾ ਆ ਉਹਨੂੰ ਬੁਲੀ ਕੀਤਾ ਜਾਂਦਾ ਸੀ। ਕਹਿੰਦਾ ਵੀ ਮੈਂ 80 ਘੰਟੇ ਹਰ ਹਫ਼ਤੇ ਕੰਮ ਕਰਦਾ ਰਿਹਾ, ਉਹਨੇ ਆਪਣੇ ਟਵਿੱਟਰ ਅਕਾਊਂਟ ਤੇ ਲਿਖਿਆ, ਤੇ ਬਾਅਦ ਦੇ ਵਿੱਚ ਮੈਂ ਕਹਿੰਦਾ 60 ਘੰਟੇ ਕਰਦਾ ਸੀ ਤੇ ਮੈਂ ਬਹੁਤ ਟਾਇਰਡ ਜਿਹੜਾ ਫੀਲ ਕਰਦਾ ਸੀਗਾ। ਸੋ ਇਹ ਟੀਚਰ ਦਾ ਤੇ ਸਟੂਡੈਂਟ ਦਾ ਜਿਹੜਾ ਰਿਲੇਸ਼ਨ ਆ ਕਾਫੀ ਬੈਡ ਚਲਾ ਗਿਆ, ਤੇ ਜੋ ਇੱਥੇ ਤੱਕ ਗੱਲ ਪਹੁੰਚ ਗਈ। ਅਗਲੀ ਚਲਿਏ ਰਾਜਕਨਵੀਰ ਸਿੰਘ ਜੀ, ਦੋ ਪ੍ਰੋਟੈਸਟ ਇਸ ਟਾਈਮ SV 553 ਨੂੰ ਲੈ ਕੇ ਹੋ ਰਹੇ ਆ। ਇੱਕ ਅੱਜ ਆ ਪੈਸਾਡੀਨਾ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਉੱਥੇ ਜੋ ਅਸੈਂਬਲੀ ਮੈਂਬਰ ਹੈਗਾ ਆ ਐਪਰੋਪਰੀਏਸ਼ਨ ਕਮੇਟੀ ਦਾ ਚੇਅਰ ਆ ਜਿਹੜਾ ਮੇਨ ਜੀ, ਕ੍ਰਿਸ ਹੋਲਡਨ, ਜੋ ਪਹਿਲਾਂ ਕਾਫੀ ਦਿਨ ਪਹਿਲਾਂ ਕਿਸੇ ਨੂੰ ਟਾਈਮ ਨਹੀਂ ਦੇ ਰਿਹਾ ਸੀ, ਫਿਰ ਉਹਨੇ ਜ਼ੂਮ ਮੀਟਿੰਗ ਕਰ ਲਈ, ਤੇ ਉਹ ਉਹਦੇ ਆਫਿਸ ਦੇ ਸਾਹਮਣੇ ਹੋ ਰਿਹਾ। ਬਹੁਤ ਵੱਡੀ ਗਿਣਤੀ 'ਚ ਕੋਈ 7-Eleven ਵਾਲੇ, ਗੈਸ ਸਟੇਸ਼ਨਾਂ ਵਾਲੇ, ਇੰਡੀਪੈਂਡੈਂਟ ਲਿਕਰ ਸਟੋਰ ਵਾਲੇ, ਸਾਬੇ ਰੈਸਟੋਰੈਂਟ, ਈਵਨ ਬਿਊਟੀ ਸ਼ਾਪ, ਸੋ ਸਾਰੇ ਬਿਜ਼ਨਸ ਜਿਹੜੇ ਇਫੈਕਟ ਹੋਣੇ ਆ ਉਹ ਬਹੁਤ ਵੱਡੀ ਗਿਣਤੀ 'ਚ ਪ੍ਰੋਟੈਸਟ ਕਰ ਰਹੇ ਆ। ਸੋ 1 ਵਜੇ ਉਹਨਾਂ ਦਾ ਸ਼ਾਇਦ ਪ੍ਰੋਟੈਸਟ ਆ, ਰਾਈਟ ਰਾਜਕਨਵੀਰ ਸਿੰਘ ਜੀ, ਰੈਡੋਨਾ ਬੀਚ। ਜੀ ਬਿਲਕੁਲ ਹਰਜੋਤ ਸਿੰਘ ਜੀ, ਇਹ ਜਿਹੜਾ ਇੱਕ ਇਹ ਪ੍ਰੋਟੈਸਟ ਜਿਹੜਾ ਡੈਫੀਨੇਟਲੀ ਇਹ ਰੱਖਿਆ ਗਿਆ ਆ ਵੀ ਤਾਂ ਜੋ ਭਾਈ ਉਸ ਦਾ ਜਿਹੜਾ ਸੁਭਾਅ ਆ
ਜਾਂ ਉਸ ਦੀ ਜਿਹੜੀ ਕਹਿ ਸਕਦੇ ਆ ਵੀ ਉਹ ਸੋਚ ਰਿਹਾ ਹੈ ਜੋ ਵੀ ਉਸ ਦੇ ਉਲਟ ਇਹ ਵੋਟ ਪਾਵੇ, ਨੋ ਦੇ ਉੱਤੇ ਜਿਹੜੀ ਇਹ ਵੋਟ ਪਾਵੇ। ਪਤਾ ਨਹੀਂ ਇਹ ਪਾਊਗਾ ਕਿ ਨਹੀਂ, ਉਹ ਇੱਕ ਡਿਫਰੈਂਟ ਜਿਹੜੀ ਸਟੋਰੀ ਆ। ਪਰ ਇਹ 600 ਨਾਰਥ ਰੋਜ਼ ਮੀਡ ਬੁਲੇਵਾਰਡ ਸਵੀਟ 117 ਪੈਸਾਡੀਨਾ, ਇੱਥੇ ਅੱਜ ਇਹਨਾਂ ਨੇ 1 ਵਜੇ ਪ੍ਰੋਟੈਸਟ ਕਰਨਾ ਆ। ਕੱਲ ਹਰਨੇਕ ਸਿੰਘ ਹੁਣੀ ਆਪਣੇ ਨਾਲ ਜੁੜੇ ਸੀਗੇ, ਉਹ ਇਸ ਚੀਜ਼ ਨੂੰ ਜਿਹੜਾ ਉਹ ਲੈ ਕੇ ਅੱਗੇ ਜਿਹੜਾ ਵੱਧ ਰਹੇ ਆ। ਇੱਕ ਇਹ ਵੀ ਚੀਜ਼ ਜਿਹੜੀ ਨਾਲ ਦੇ ਨਾਲ ਹੋ ਰਹੀ ਆ, ਆਪਣੇ ਸਰੋਤਿਆਂ ਨੂੰ ਅਗਾਹ ਕਰਨਾ ਜਿਹੜਾ ਦੱਸਣਾ ਜ਼ਰੂਰੀ ਆ। ਬਹੁਤ ਲੈਗ ਪੁਲਿੰਗ ਕੀਤੀ ਜਾ ਰਹੀ ਆ, ਬਹੁਤ ਜੀ ਲੱਤਾਂ ਖਿੱਚ ਹੋ ਰਹੀਆਂ ਆ। ਜਿਹੜੇ ਪ੍ਰੋਟੈਸਟ ਆਰਗੇਨਾਈਜ਼ ਕਰ ਰਹੇ ਆ ਉਹਨਾਂ ਨੂੰ ਜਿਨ੍ਹਾਂ ਡਰਾਇਆ ਦੇ ਧਮਕਾਇਆ ਜਾ ਰਿਹਾ। ਹਾਂ ਜਿਹੜੇ ਫਰੈਂਚਾਈਜ਼ੀਜ਼ ਆ ਉਹਨਾਂ ਦੇ ਵੱਡੇ ਲੀਡਰਾਂ ਦੇ ਕੋਲੋਂ ਉਹਨਾਂ ਨੂੰ ਕਾਲਾਂ ਕਰਵਾ ਕੇ ਧਮਕਾਇਆ ਜਾ ਰਿਹਾ ਆ, ਅਸੀਂ ਤੁਹਾਡੇ ਤੋਂ ਫਰੈਂਚਾਈਜ਼ੀ ਵਾਪਸ ਲੈ ਲਾਂਗੇ। ਕੱਲ ਚਿੱਠੀ ਜਿਹੜੀ ਹੈ ਇੱਕ ਜਿਹੜੀ ਆਰਗੇਨਾਈਜੇਸ਼ਨ ਨੇ ਜਾਰੀ ਕਰਤੀ, ਜਿਹਦਾ ਨਾਂ ਹੁਣ ਸਭ ਨੂੰ ਹੀ ਪਤਾ ਆ ਵੀ ਉਹ ਮਡਲ ਦੇ ਵਿੱਚ ਆ, ਵੀ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਚਿੱਠੀ ਜਾਰੀ ਕਰਦੀ ਵੀ ਪ੍ਰੋਟੈਸਟ ਕਰਨ ਦੀ ਲੋੜ ਨਹੀਂ, ਅਸੀਂ ਮੀਟਿੰਗਾਂ ਜਿਹੜੀਆਂ ਉਹ ਕਰ ਰਹੇ ਹਾਂ। ਉਹ ਕਹਿੰਦੇ ਜਿੱਤ ਹੋ ਗਈ ਸਾਡੀ, ਜਿੱਤ ਦੀ। ਹੁਣ ਤੁਸੀਂ ਦੇਖੋ ਵੀ ਅੱਜ ਡੇਵਿਡ ਕਰਟੇਜ਼ੀ ਦੇ ਜਿਹੜਾ ਕਹਿੰਦੇ ਅਮੈਂਡਮੈਂਟ ਦੇ ਲਈ ਮੰਨ ਗਿਆ, ਤੇ ਅਮੈਂਡਮੈਂਟ ਅਜੇ ਤੱਕ ਆਈ ਕੋਈ ਅਮੈਂਡਮੈਂਟ ਦੇਖ ਲਓ ਵੀ ਕੀ ਆ ਉਹਦਾ, ਕੋਈ ਵੀ ਨਹੀਂ। ਕਹਿੰਦੇ ਵੀ ਆਪਣੇ ਆਪ ਨੂੰ ਤੁਸੀਂ ਸਿਕਿਉਰਿਟੀ ਪਰਸਨ ਕਾਊਂਟ ਕਰ ਸਕਦੇ ਆ। ਉਹ ਬਾਕੀ ਕਿੱਥੇ ਗਈ ਜਿਹੜੀ ਤੁਸੀਂ ਰੋਕ ਸਕਦੇ, ਨਹੀਂ ਰੋਕ ਸਕਦੇ? ਟ੍ਰੇਨਿੰਗ, ਲੌਗਸ, ਐਵਰੀਥਿੰਗ ਦੇਅਰ। ਸੋ ਸਰੋਤਿਆਂ ਨੂੰ ਬਿਲਕੁਲ ਯਾਦ ਹੋਊਗਾ ਕਿਸਾਨ ਮੋਰਚੇ ਤੇ ਕੀ ਹੋਇਆ ਸੀ। ਐਗਜ਼ੈਕਟਲੀ ਸੇਮ ਥਿੰਗ ਹੈਪਨ ਹੋ ਰਿਹਾ। ਜਦੋਂ ਪ੍ਰਾਈਮ ਮਿਨਿਸਟਰ ਮੋਦੀ ਬਿੱਲ ਲੈ ਕੇ ਆਇਆ ਸੀ, ਅਕਾਲੀ ਦਲ ਵਾਲੇ ਬੱਲੇ ਬੱਲੇ ਕਰਦੇ ਸੀ, ਬਹੁਤ ਵਧੀਆ ਆ। ਬਾਅਦ ਦੇ ਵਿੱਚ ਜਦ ਵਿਰੋਧ ਹੋਇਆ ਫਿਰ ਚੁੱਪ ਕਰਕੇ ਬਹਿ ਗਏ, ਰਾਈਟ। ਸੋ ਉਹੀ ਗੱਲ ਉਦਣ ਹੋਈ। ਕੁਛ ਕੁ ਜਿਹੜੇ ਸਾਡੇ ਵੀ ਆਰਗੇਨਾਈਜ਼ਰ ਸੀ ਉਹਨਾਂ ਤੇ ਗਲਤੀ ਹੋਈ, ਉਦਾਂ ਦੇ ਬੰਦਿਆਂ ਨੂੰ ਸਮਾਂ ਦੇ ਦਿੱਤਾ ਗਿਆ, ਜਿਹਨੇ ਕਿਹਾ ਵੀ ਜੀ ਇਹ ਤਾਂ ਬਹੁਤ ਸਾਡੇ ਦੋਸਤ ਆ, ਐਜੂਕੇਟ ਕਰੂਗੇ, ਠੀਕ ਆ। ਬਾਅਦ ਦੇ ਵਿੱਚ ਜਿਹੜੀਆਂ ਉਹਨੀ ਜ਼ੂਮ ਮੀਟਿੰਗਸ ਕਰਕੇ ਮੀਟਿੰਗ ਕਰ ਲਈਆਂ, ਰਾਈਟ ਵੇ ਕਲੈਕਟਰ ਰਾਜਕਰਮੀਤ ਸਿੰਘ ਜੀ ਇਸ਼ੂ ਕੀਤਾ ਗਿਆ ਵੀ ਅਸੀਂ ਜੋ SV 553 ਆ ਤੇ ਪ੍ਰੋਪੋਜੀਸ਼ਨ 47 ਨੂੰ ਰਿਪੀਲ ਕਰਨ ਲਈ ਕੰਮ ਕਰਾਂਗੇ, ਉਹਦੇ ਲਈ ਪੂਰਾ ਜ਼ੋਰ ਲਾ ਰਹੇ ਆ, ਠੀਕ ਆ। ਹੁਣ ਕੱਲ ਇੱਕ ਇਸੇ ਆਰਗੇਨਾਈਜੇਸ਼ਨ, ਸੋ ਜਿੰਨੇ ਵੀ ਸਾਰੇ ਮੇਰੇ ਭੈਣ ਭਰਾ ਹੈਗੇ ਸਟੋਰ ਓਨਰਸ, ਉਹ ਸੁਣਿਓ ਧਿਆਨ ਨਾਲ, ਜੇ ਤੁਸੀਂ ਉਸ ਆਰਗੇਨਾਈਜੇਸ਼ਨ ਦੇ ਮੈਂਬਰ ਆ ਤੇ ਆਪ ਸਰਚ ਕਰਿਓ। ਕਹਿੰਦੇ ਜੀ ਬਈ ਅਸੀਂ ਇਹ ਸਾਡਾ ਹੁਣ ਸਾਰਾ ਸੈਟਲ ਹੋ ਗਿਆ, ਸਾਡੀ ਜਿੱਤ ਹੋ ਗਈ ਆ ਤੇ ਸਾਨੂੰ ਕੋਈ ਵੀ ਜਿਹੜਾ ਪ੍ਰੋਟੈਸਟ ਕਰਨ ਦੀ ਜ਼ਰੂਰਤ ਨਹੀਂ। ਇੱਕ ਤੁਕ ਬਣਦਾ ਆ ਵੀ ਪਹਿਲੀ ਗੱਲ ਤਾਂ ਕੁਝ ਹੋਈ ਨਹੀਂ, ਜੇ ਹੋਈ ਵੀ ਆ ਤਾਂ ਉੱਥੇ ਜਾਓ, ਉੱਥੇ ਜਾ ਕੇ ਬਿਲਕੁਲ ਉੱਥੇ ਜਾ ਕੇ ਰਲ ਕੇ ਖੁਸ਼ੀ ਮਨਾਵਾਂਗੇ ਵੀ ਹਾਂ ਅਸੀਂ ਇਹਦੇ ਵਿੱਚ ਜਿੱਤ ਗਏ ਆ। ਬਸ ਇੱਕ ਹੀ ਇਸ ਟਾਈਮ ਜ਼ੋਰ ਲੱਗਾ ਪਿਆ ਆ, ਡੇਵਿਡ ਕੋਟੇਜੀ ਦੇ ਕਟਪੁਤਲੇ ਲੱਗ ਰਹੇ ਆ, ਜਿਹੜੇ ਵੀ ਇਸ ਟਾਈਮ ਇਹ ਕਹਿ ਰਹੇ ਆ। ਬਾਕੀ ਜਿਨ੍ਹਾਂ ਨੇ ਬਿੱਲ ਦੇ ਜਾਂ ਉਸ ਪਾਰਟੀ ਦੇ, ਡੈਮੋਕ੍ਰੇਟ ਪਾਰਟੀ ਹੋਈ ਆ ਮੇਨ ਇਸ ਦੇ ਪਿੱਛੇ, ਹੋਰ ਤਾਂ ਕੋਈ ਹੋਰ ਨਹੀਂ, ਵੀ ਉਹ ਇਹੀ ਕਹਿ ਰਹੇ ਆ ਵੀ ਭਾਈ ਕਿਤੇ ਪ੍ਰੋਟੈਸਟ ਨਾ ਹੋ ਜੇ, ਨਾ ਬਦਨਾਮ ਹੋ ਜਾਊਗਾ। ਪੈਸਾਡੀਨਾ ਦੀ ਜਿਹੜੀ ਉੱਥੇ ਦੀ ਲੋਕਲ ਅਖਬਾਰ ਆ ਪੈਸਾਡੀਨਾ ਨਾਮ, ਉਹਦੇ ਵਿੱਚ ਵੀ ਅੱਜ ਇਹ ਖਬਰ ਛਪੀ ਆ ਵੀ ਸਮਾਲ ਬਿਜ਼ਨਸ ਓਨਰਸ ਜਿਹੜੇ ਆ ਸਦਰਨ ਕੈਲੀਫੋਰਨੀਆ ਦੇ ਵਿੱਚ ਇਸ ਨਵੇਂ ਜਿਹੜੇ ਲੈਜਿਸਲੇਸ਼ਨ ਆ ਰਿਹਾ ਉਸ ਤੇ ਉਲਟ ਪ੍ਰੋਟੈਸਟ ਕਰਨ ਜਾ ਰਹੇ ਆ, ਤੇ ਉਤੋਂ ਉਹਨਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ। ਸੋ ਭਾਈ ਇਹ ਜਿਹੜੇ ਸੋ ਕਾਲਡ ਤੁਹਾਡੇ ਲੀਡਰ ਆਰਗੇਨਾਈਜੇਸ਼ਨ ਬਣੇ ਆ, ਜਿਨ੍ਹਾਂ ਦੀ ਮੈਂਬਰਸ਼ਿਪ ਫੀਸ ਤੁਸੀਂ ਦੇ ਰਹੇ ਆ, ਉਹ ਏਦਾਂ ਡੀਰੇਲ ਕਰ ਰਹੇ ਆ। 2 ਦਿਨ ਰਹਿ ਗਏ ਪ੍ਰੋਟੈਸਟ ਨੂੰ ਤੇ ਇਹ ਖੁਸ਼ੀ ਮਨਾ ਰਹੇ ਆ ਵੀ ਅਸੀਂ ਇਹਨਾਂ ਨੂੰ ਰਾਜਕਰਮੀਤ ਸਿੰਘ ਜੀ ਹੁਣ ਇਹ ਆ ਵੀ ਚੁੱਪ ਬੈਠੇ ਆ, ਇਹਨਾਂ ਨੂੰ ਪੂਰੀ ਤਰ੍ਹਾਂ ਐਕਸਪੋਜ਼ ਕਰਾਂਗੇ ਕਿੱਥੇ ਕਿੱਥੇ ਤੁਹਾਨੂੰ ਇਹਨਾਂ ਨੇ ਧੋਖੇ ਦਿੱਤੇ ਹੈਗੇ ਆ, ਕਿੱਥੇ ਕਿੱਥੇ ਦਿੱਤੇ ਆ, ਕਿੱਥੇ ਕਿੱਥੇ ਪੈਸੇ ਲਏ ਤੇ ਕੰਮ ਕੀ ਕੀਤਾ, ਉਹ ਵੀ ਜਿਹੜਾ ਤੁਹਾਨੂੰ ਦੱਸਾਂਗੇ। ਉਹ ਬਿਲਕੁਲ ਆਪਾਂ ਦੱਸਾਂਗੇ ਕਿੱਥੇ ਕਿੱਥੇ ਨਹੀਂ ਕੀਤਾ, ਕਿੱਥੇ ਕਿੱਥੇ ਪਰਸਨਲ ਫਾਇਦੇ ਲਏ। ਸੋ ਸਾਡਾ ਮੇਨ ਫੋਕਸ ਇਹ ਆ ਵੀ ਅੱਜ ਜ਼ੋਰ ਸ਼ੋਰ ਨਾਲ ਪੈਸਾਡੀਨਾ ਜਾਓ। ਕੱਲ ਨੂੰ ਕੈਪੀਟਲ ਦੇ ਉੱਤੇ ਹਜ਼ਾਰਾਂ ਦੀ ਗਿਣਤੀ 'ਚ ਪਹੁੰਚ ਰਹੀਆਂ ਸੰਗਤਾਂ, ਬਹੁਤ ਵੱਡਾ ਇਕੱਠ ਹੋ ਰਿਹਾ, ਵੱਖ-ਵੱਖ ਹੋਰ ਕਮਿਊਨਿਟੀਆਂ ਵੀ ਆ ਰਹੀਆਂ। ਜਿਹੜੇ ਅਸੈਂਬਲੀਮੈਨ ਸੈਨੇਟਰਸ ਇਸ ਬਿੱਲ ਦੇ ਅਗੇਂਸਟ ਸੀਗੇ ਉਹ ਵੀ ਉੱਥੇ ਆ ਰਹੇ ਆ। ਪ੍ਰੋਪੋਜੀਸ਼ਨ 47 ਦੀ ਵੀ ਉਹਨਾਂ ਨੂੰ ਆਪਾਂ ਬੇਨਤੀ ਕਰਾਂਗੇ ਤਾਂ ਕਿ ਹੋ ਸਕੇ। ਹੁਣ ਇੱਕ ਗੱਲ ਜ਼ਰੂਰ ਆ, ਜਿੰਨੇ ਸਟੋਰਾਂ ਵਾਲੇ ਸੁਣ ਲਿਓ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਨਾ ਵੀ ਕਿਸਾਨ ਮੋਰਚੇ 'ਚ ਹੋਇਆ ਵੀ ਉੱਥੇ ਪਹਿਲੇ ਜਿਹੜੇ ਲੀਡਰ ਇਲੈਕਟਡ ਸੀਗੇ ਉਹਨਾਂ ਨੇ ਬੱਲੇ ਬੱਲੇ ਕਰਾਤੀ, ਤੇ ਮੁੜ ਕੇ ਫਿਰ ਜਦੋਂ ਇਕੱਠੇ ਹੋ ਕੇ ਲੋਕ ਗਏ ਜਿਨ੍ਹਾਂ ਦੇ ਆਪਸ ਦੇ ਵਿੱਚ ਕੇਸ ਚੱਲਦੇ ਸੀ ਖੇਤਾਂ ਦੀ ਵੱਟ ਦਾ ਵੀ ਨਾ, ਉਹ ਵੀ ਉੱਥੇ ਪਹੁੰਚਿਆ ਵੀ ਨਹੀਂ ਭਾਈ ਹੁਣ ਸਾਡਾ ਜਿਹੜਾ ਜ਼ਿੰਦਗੀ ਮੌਤ ਦਾ ਸਵਾਲ ਆ। ਸੋ ਜਿਹੜੇ ਬਿਜ਼ਨਸ ਓਨਰਸ ਆ, ਇਹ ਕੱਲਾ ਤੁਹਾਡਾ ਬਿਜ਼ਨਸ ਓਨਰ ਨਹੀਂ, ਸਾਡੇ ਮੁਲਕ ਦਾ ਵੀ ਸਵਾਲ ਆ। ਤੁਸੀਂ ਆਪਣੇ ਨਿਆਣਿਆਂ ਲਈ ਕੀ ਛੱਡ ਕੇ ਜਾ ਰਹੇ ਆ? ਆ ਰੋਜ਼ ਦੀਆਂ ਦੇਖ ਲਓ ਕਿੱਦਾਂ ਦੀਆਂ ਵੀਡੀਓ ਆਉਂਦੀਆਂ, ਸਮੈਸ਼ ਗ੍ਰੈਬ ਦੀਆਂ, ਚੋਰੀ ਦੀਆਂ, ਲੁੱਟ ਮਾਰ ਦੀਆਂ, ਆ ਤੁਹਾਡੇ ਸਾਹਮਣੇ ਆ। ਵੱਡੇ ਵੱਡੇ ਸਟੋਰ ਬੰਦ ਹੋ ਰਹੇ ਆ। ਕੱਲ ਮੈਂ ਤੁਹਾਨੂੰ ਦੱਸਿਆ ਜੀ ਸੈਨ ਫਰਾਂਸਿਸਕੋ ਕਿੱਡਾ ਵੱਡਾ ਸਟੋਰ ਬੰਦ ਹੋਇਆ। ਸੋ ਇਹ ਆਪਾਂ ਮੁਲਕ ਦੇ ਵੀ ਕੀ ਛੱਡ ਕੇ ਜਾ ਰਹੇ ਆ? ਠੀਕ ਆ, ਆਪਾਂ 10-10 20 ਡਾਲਰ ਲੈ ਕੇ ਆਏ ਸੀ, ਹੁਣ ਜੇ ਸਾਰਾ ਕੁਝ ਬਣਾ ਲਿਆ ਤੇ ਆਪਾਂ ਇਸ ਮੁਲਕ ਲਈ ਵੀ ਕੀ ਛੱਡ ਕੇ ਜਾਈਏ, ਆਪਣੇ ਬੱਚਿਆਂ ਲਈ ਕੀ ਛੱਡ ਕੇ ਜਾਈਏ?
ਸੋ ਇਹ ਵੀ ਮੈਂ ਤੁਹਾਨੂੰ ਦੱਸਦਾ ਜਾਣਾ, ਜਿੰਨੇ ਸਰੋਤੇ ਆ, ਜੇ ਹੁਣ ਤੁਹਾਨੂੰ ਕਾਲਾਂ ਕਰ ਰਹੇ ਆ ਬਹੁਤ ਸਾਰੇ ਸਟੋਰਾਂ ਵਾਲਿਆਂ ਨੂੰ, ਭਾਈ ਜਾਓ ਨਾ ਜੀ, ਜਾਓ ਨਾ, ਉੱਥੇ ਪ੍ਰੋਟੈਸਟ ਕਰਨ ਦੀ ਕੋਈ ਜ਼ਰੂਰਤ ਨਹੀਂ। ਉਹਨਾਂ ਨੂੰ ਤੁਸੀਂ ਪੁੱਛਿਓ ਵੀ ਪਿਛਲੇ ਸਾਲ 2022 ਦੇ ਵਿੱਚ ਇੱਕ ਬਿੱਲ ਆਇਆ ਸੀਗਾ, ਉਸ 430 ਬਿੱਲ ਜੋ ਅਸੈਂਬਲੀ ਬਿੱਲ 1599 ਨਹੀਂ 335 ਸੀਗਾ ਇੱਕ ਅਸੈਂਬਲੀ ਬਿੱਲ, ਜਿਹੜਾ ਉਹ ਵੀ ਪ੍ਰੋਪ ਸੀ, 47 ਨੂੰ ਰਿਪੀਲ ਕਰਨਾ 1599 ਸੀ। ਸੀਗਾ। ਉਹ ਬਿੱਲ ਦਾ ਮਤਲਬ ਇਹ ਸੀ ਵੀ ਟੋਟਲੀ ਐਲੀਮੀਨੇਟ ਕਰਨਾ ਸੀ ਪ੍ਰੋਪੋਜੀਸ਼ਨ 47 ਨੂੰ, ਕਿਉਂਕਿ ਯੂਸੀ ਬਰਕਲੇ ਨੇ ਰਿਸਰਚ ਕੀਤੀ ਆ, ਉਹਨੇ ਇਹ ਕਿਹਾ ਵੀ 2 ਦੇ ਮੁਕਾਬਲੇ 1 ਦੇ ਨਾਲ ਜੋ ਇਹ ਪ੍ਰੋਪੋਜੀਸ਼ਨ 47 ਚ ਅਮੈਂਡ ਕਰਕੇ $950 ਕੀਤਾ ਗਿਆ ਸੀ, ਇਹ ਬਲੰਡਰ ਸੀ ਪੋਲੀਟੀਸ਼ੀਅਨਸ ਦਾ। ਤੇ ਉਹ ਬਿੱਲ ਨੂੰ ਉਹ ਪਾਸ ਨਹੀਂ ਹੋਇਆ ਅਸੈਂਬਲੀ, ਕਿਉਂਕਿ ਉਹ ਕੁਝ ਮੈਂਬਰ ਸੀ ਜਿਨ੍ਹਾਂ ਨੇ ਕਰਨਾ ਸੀ, ਫਿਰ ਉਹ ਬੈਲਟ ਤੇ ਜਾਣਾ ਸੀ। ਹੁਣ ਤੁਸੀਂ ਜਿਹੜਾ ਵੀ ਤੁਹਾਨੂੰ ਕੋਈ ਕਾਲ ਕਰਦਾ ਨਾ ਵੀ ਭਾਈ ਨਹੀਂ ਸਾਡਾ ਸਾਰਾ ਇਹ ਸੈਟਲ ਹੋ ਗਿਆ ਤੇ ਪ੍ਰੋਟੈਸਟ ਨਾ ਜਾਓ, ਉਹਨਾਂ ਨੂੰ ਪੁੱਛਿਓ ਵੀ ਪਿਛਲੇ ਸਾਲ ਤੁਸੀਂ ਕਿੱਥੇ ਸੁੱਤੇ ਪਏ ਸੀ, ਤੁਸੀਂ ਕੋਈ ਲੌਬੀ ਕੀਤੀ ਉਸ ਬਿੱਲ ਦੇ? ਨਹੀਂ, ਜਦੋਂ ਇਹ ਪਾਸ ਹੋਇਆ ਉਦੋਂ ਵੀ ਤਾਂ ਸੁੱਤੇ ਹੀ ਸੀਗੇ, ਉਦੋਂ ਕਿਹੜਾ ਜਾਗਦੇ ਸੀਗੇ। ਜਦੋਂ ਅਪ੍ਰੈਲ ਮਹੀਨੇ 'ਚ SV 553 ਬਿੱਲ ਆਇਆ, ਜੂਨ ਮਹੀਨੇ 'ਚ ਸੈਨੇਟ 'ਚ ਪਾਸ ਹੋ ਗਿਆ। 15 ਫਰਵਰੀ ਨੂੰ ਪਹਿਲੀ ਵਾਰੀ ਰੀਡ ਹੋਇਆ ਇਹ ਬਿੱਲ, 15 ਫਰਵਰੀ ਨੂੰ ਇਸ ਸਾਲ 'ਚ। ਉਸ ਤੋਂ ਬਾਅਦ 'ਚ ਅਗਸਤ ਤੱਕ ਤਾਂ ਸੁੱਤੇ ਹੀ ਸੀਗੇ। ਸੋ ਪ੍ਰੋਟੈਸਟ ਤੋਂ ਬਾਅਦ ਇੰਨੀ ਐਕਟੀਵਿਟੀ ਉਹ ਇੱਕ ਕਾਤੇ ਹੋਈ ਆ, ਕਿਉਂਕਿ ਉੱਥੇ 1000 ਤੋਂ ਲੈ ਕੇ 1500 ਤੱਕ ਸਮਾਲ ਬਿਜ਼ਨਸ ਓਨਰ ਪਹੁੰਚਿਆ ਸੀ। ਪੋਲੀਟੀਸ਼ੀਅਨਾਂ ਦੇ ਜਿਹੜੇ ਕੰਨ ਆ ਨਾ, ਉਹਨਾਂ ਚੋਂ ਫਿਰ ਗੈਸ ਨਿਕਲਣੀ ਸ਼ੁਰੂ ਹੋ ਗਈ, ਭਾਈ ਇਹੀ ਤਾਂ ਸਾਨੂੰ ਸਪੋਰਟ ਕਰਦੇ ਆ, ਇਹੀ ਤਾਂ ਫੰਡਿੰਗ ਦਿੰਦੇ ਆ, ਇਹੀ ਤਾਂ ਵੋਟਾਂ ਪਾਉਂਦੇ ਆ, ਤਾਂ ਉਹਨਾਂ ਤੇ ਅਸਰ ਹੋਣਾ ਸ਼ੁਰੂ ਹੋਇਆ। ਹੁਣ ਗਦਾਰੀ ਵਾਲਾ ਕੰਮ ਨਾ ਕਰੋ, ਸੋ ਵੱਧ ਚੜ ਕੇ ਜਿਹੜਾ ਇਸ ਪ੍ਰੋਟੈਸਟ ਦੇ ਵਿੱਚ ਪਹੁੰਚੋ। ਜੋ ਅਮੈਂਡਮੈਂਟ ਹੋਈ ਆ ਉਹ ਤੋਂ ਕੁਝ ਲੱਗਦਾ ਨਹੀਂ ਖਾਸ ਹੋਇਆ ਹੈਗਾ, ਤੇ ਬਾਕੀ 2 ਸਾਲਾਂ ਬਾਅਦ ਫੇਰ ਇਹ ਲੈ ਕੇ ਆ ਸਕਦੇ ਆ। ਸੋ ਹੁਣ ਪੂਰੀ ਵੇਵ ਬਣੀਓ ਆ, ਪੂਰਾ ਜਿਹੜਾ ਇਹ ਜਾਰੀ ਰੱਖੋ, ਤਾਂ ਕਿ ਜਿਹੜੀਆਂ ਹੋਰ ਵੀ ਆਪਣੀਆਂ ਪ੍ਰੋਬਲਮ ਆਉਂਦੀਆਂ ਹੈ ਨਾ, ਉੱਥੇ ਜਿਹੜੇ ਪੋਲੀਟੀਸ਼ੀਅਨ ਆ ਉਹਨਾਂ ਨੂੰ ਪਤਾ ਲੱਗ ਸਕੇ ਭਈ ਇਹ ਜਿਹੜੀ ਕਮਿਊਨਿਟੀ ਆ ਇਕੱਠੀ ਹੁੰਦੀ ਹੈਗੀ ਆ, ਇਕੱਠੇ ਹੋ ਕੇ ਅੱਗੇ ਆਉਂਦੇ ਹੈਗੇ ਆ। ਸੋ ਸਾਡੇ ਸਾਰੇ ਜਿੰਨੇ ਵੀ ਸਰੋਤੇ ਹੈਗੇ ਆ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਭਈ ਅੱਜ ਪੈਸਾਡੀਨਾ ਦੇ ਵਿੱਚ ਤੇ ਕੱਲ ਨੂੰ ਜਿਹੜਾ ਸਟੇਟ ਕੈਪੀਟਲ ਆ ਉਹਦੇ ਸਾਹਮਣੇ ਪ੍ਰੋਟੈਸਟ ਹੋ ਰਿਹਾ ਬਹੁਤ ਵੱਡਾ, ਤੇ ਉੱਥੇ ਵੱਧ ਤੋਂ ਵੱਧ ਪਹੁੰਚੋ, ਤਾਂ ਕਿ ਜਿਹੜੇ ਇਦਾਂ ਦੇ ਬਿੱਲ ਆਉਂਦੇ ਹੈਗੇ ਚੋਰੀ ਛਿਪੀ, ਉਹਨਾਂ ਦੇ ਜਿਹੜੇ ਨਾਂ ਡਿਫਰੈਂਟ ਰੱਖੇ ਹੁੰਦੇ ਆ, ਵਿੱਚ ਕੀ ਲਿਖਿਆ ਹੁੰਦਾ ਹੈਗਾ, ਲੱਗਦਾ ਤਾਂ ਬਹੁਤ ਸੋਹਣਾ ਹੈ ਵੀ ਸੇਫਟੀ ਦੇ ਲਈ ਆ ਬਿੱਲ, ਤੇ ਵਿੱਚ ਹੋਰ ਕੁਛ ਆ, ਉਹਦੇ ਵਿਰੋਧ ਦੇ ਵਿੱਚ ਉੱਥੇ ਪਹੁੰਚੀਏ। ਜੋ ਸੇਵਾਦਾਰ ਦੇਖੋ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ, ਬੱਸ ਸਰਵਿਸ ਵਾਲੇ ਆ, ਨਛੱਤਰ ਸਿੰਘ ਹੁਣੀ ਕਹਿੰਦੇ ਵੀ ਅਸੀਂ ਸੈਕਰਾਮੈਂਟੋ ਗੁਰਦੁਆਰਾ ਸਾਹਿਬ ਤੋਂ ਦਸ਼ਮੇਸ਼ ਦਰਬਾਰ ਗੁਰਦੁਆਰਾ ਸਾਹਿਬ ਤੋਂ ਥੋੜੇ ਮਿੰਟਾਂ ਬਾਅਦ ਬੱਸਾਂ ਤੋਰੀ ਜਾਵਾਂਗੇ, ਕਿਉਂਕਿ ਉੱਥੇ ਪਾਰਕਿੰਗ ਨਹੀਂ ਲੱਭਦੀ ਹੈਗੀ ਕੈਪੀਟਲ ਤੇ। ਸੋ ਉਹ ਕਹਿੰਦੇ ਵੀ ਨਾ ਮੇਰਾ ਕੋਈ ਸਟੋਰ ਆ, ਨਾ ਕੋਈ ਲੈਣਾ ਨਹੀਂ ਦੇਣਾ ਨਹੀਂ, ਮੇਰਾ ਸੇਵਾ ਹੀ ਕਰਨੀ ਆ। ਜਿਹੜੇ ਲੰਗਰ ਲਿਆਉਣ ਵਾਲੇ ਆ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ, ਉਹ ਕਹਿੰਦੇ ਅਸੀਂ ਲੰਗਰ ਲੈ ਕੇ ਆਵਾਂਗੇ, ਹਨਾ। ਸੋ ਆਮ ਲੋਕ ਜਿਹੜੇ ਆ, ਕਈ ਉੱਥੇ ਉਦਣ ਵੀ ਆਏ ਸੀ ਰਾਜਕਨਵੀਰ ਸਿੰਘ ਜੀ ਪ੍ਰੋਟੈਸਟ ਦੇ ਵਿੱਚ, ਬਹੁਤ ਸਾਰੇ ਲੋਕ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਸੀ ਕਿਸੇ ਬਿਜ਼ਨਸ ਨਾਲ, ਉਹ ਕਹਿੰਦੇ ਵੀ ਨਹੀਂ ਯਾਰ ਆਪਣੇ ਭੈਣ ਭਰਾ ਆ, ਆਪਣੇ ਰਿਸ਼ਤੇਦਾਰ ਆ, ਇਹ ਅੱਜ ਇਦਾਂ ਦੇ ਸਟੋਰਾਂ 'ਚ ਹੋ ਰਿਹਾ, ਵੱਡੇ ਸਟੋਰਾਂ 'ਚ ਹੋ ਰਿਹਾ, ਆਪਣਾ ਤਾਂ ਬਾਹਰ ਜਾਣਾ ਵੀ ਮੁਸ਼ਕਲ ਹੋ ਜਾਊਗਾ। ਇਹ ਅਲਟੀਮੇਟਲੀ ਜੋ ਚੋਰ ਬਜ਼ਾਰੀ ਇੰਨੀ ਵੱਧ ਗਈ ਆ ਕੈਲੀਫੋਰਨੀਆ 'ਚ, ਇਹ ਹੁਣ ਤੁਹਾਡੇ ਘਰਾਂ 'ਚ ਵੀ ਪਹੁੰਚੂਗੀ। ਆਪਾਂ ਦੇਖੀ ਆ ਕਾਰਾਂ ਦੇ ਉਹ ਕਨਵਰਟਰ ਜਿਹੜੇ ਹੈਗੇ ਆ, ਕੈਟਲਿਟਿਕ ਕਨਵਰਟਰ, ਕਿੰਨੇ ਜ਼ਿਆਦਾ ਉਹ ਚੋਰੀ ਹੁੰਦੇ ਆ, ਹਨਾ। ਤੇ ਸੋ ਇਸ ਕਰਕੇ ਵੱਧ ਤੋਂ ਵੱਧ ਪਹੁੰਚੋ। ਸਮਾਂ 8:30 ਵਜੇ ਆ, ਬੜਾ ਲਿਮਟਿਡ ਸਮਾਂ ਆ ਤੇ ਸਪੈਸੀਫਿਕ ਸਮਾਂ ਆ, ਇਹ ਇਦਾਂ ਨਹੀਂ ਹੈ 9 ਵਜੇ ਐਗਜ਼ੈਕਟਲੀ ਪ੍ਰੈਸ ਕਾਨਫਰੰਸ ਹੋਣੀ ਆ, ਤੇ ਫਿਰ ਘੰਟਾ ਆਪਣੇ ਜਿਹੜੇ ਬੁਲਾਰੇ ਜੋ ਵੀ ਬੋਲੂਗੇ, ਤੇ ਬਾਹਲਾ ਲੰਮਾ ਸਮਾਂ ਨਹੀਂ, 2 ਘੰਟੇ ਤੋਂ ਵੱਧ ਦਾ ਸਮਾਂ ਹੈ ਨਹੀਂ, ਤੇ ਪਹੁੰਚੋ ਜ਼ਰੂਰ ਕੱਲ ਨੂੰ ਜੀ। ਕੁਝ ਕਾਲਰ ਵੀ ਜਿਹੜੇ ਉਹ ਵੀ ਗੱਲਬਾਤ ਕਰਨੀ ਚਾਹੁੰਦੇ, ਸ਼ਾਇਦ ਇਸ ਮਾਮਲੇ 'ਚ ਵਿਚਾਰ ਦੇਣਗੇ। ਗੁਰਜੰਟ ਜੀ ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ, ਦੋਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਹਾਂਜੀ ਦੇਖੋ ਭਾਜੀ, ਮੈਂ ਸਟੋਰ ਤੇ ਕੰਮ ਕਰ ਰਿਹਾ, ਮੈਨੂੰ 15 ਸਾਲ ਹੋ ਗਏ ਕਰਦੇ ਨੇ ਸਟੋਰ ਤੇ ਕੰਮ। ਓਕੇ, ਸਾਡੇ ਲੋਕ ਪਤਾ ਨਹੀਂ ਕਾਸ ਤੋਂ ਨਹੀਂ ਜਾਗ ਰਹੇ ਭਾਜੀ। ਮੈਂ ਇਹ ਆਣਾ ਵੀ ਜੇ ਅਸੀਂ ਇੰਡੀਆ ਲਈ ਜਾ ਸਕਦੇ, ਇੰਡੀਆ ਲਈ ਪ੍ਰੋਟੈਸਟ ਕਰ ਸਕਦੇ ਨਾ ਆਪਣੀ ਜ਼ਮੀਨ ਖੇਤੀ ਲਈ, ਇੱਥੇ ਵੀ ਸਾਡੀ ਜ਼ਮੀਨ ਜਾਇਦਾਦ ਇਹੀ ਹੈ। ਬਿਲਕੁਲ ਪਤਾ ਨਹੀਂ ਮੈਨੂੰ ਸਮਝ ਇਸ ਗੱਲ ਦੀ ਨਹੀਂ ਸਮਝ ਲੱਗਦੀ। ਜਿਹੜੇ ਲੀਡਰ ਆਉਂਦੇ ਹੈ ਨਾ ਜਦੋਂ ਸਰੋਪੇ ਪਾਉਂਦੇ ਆ, ਮੈਂ ਤਾਂ ਇਹ ਗੱਲ ਕਰਦਾ ਵੀ 76 ਲਾ ਲੈਣ, 100 ਮਾਰ ਕੇ ਇੱਕ ਗਿਣੋ ਹੀ ਨਾ, ਗਿਣਨ ਦੀ ਕੀ ਲੋੜ, ਪੁੱਠੇ ਪੈਰੀਂ ਵਾਪਸ ਭੇਜਣ, ਕਿਉਂਕਿ ਇਹਨਾਂ ਨੂੰ ਅਕਲ ਆ ਜੇ ਅੱਗੇ ਵਾਸਤੇ। ਇਹਨਾਂ ਨੇ ਐਡੇ ਪੋਲੀਟਿਕਸ ਮੈਨ ਇੰਡੀਆ ਤੋਂ ਵੀ ਇਹ ਤਾਂ ਗੰਦੇ ਆ, ਟੇਕਨ ਫॉर ਗ੍ਰਾਂਟਡ ਆ ਜੀ। ਉਹਨਾਂ ਨੂੰ ਪਤਾ ਵੀ ਇੰਨਾ ਜ਼ਿਆਦਾ ਗੰਦ ਪਾਤਾ ਭਾਜੀ। ਮੈਂ ਕੰਮ ਕਰ ਰਿਹਾ ਸਟੋਰ ਤੇ, ਮੈਨੂੰ ਖੁਦ ਵੀ ਇਹਨਾਂ ਚੀਜ਼ਾਂ ਦਾ ਫਿਕਰ ਆ ਵੀ ਕੱਲ ਨੂੰ ਸਾਡੇ ਬੱਚੇ ਇੱਥੇ ਵੱਡੇ ਹੋਣੇ ਆ, ਰਹਿਣਾ ਇਹਨਾਂ ਨੇ। ਸਾਡੇ ਲੋਕ ਆਪਦੀ ਊਸ਼ਾ ਪਾਸ਼ੀ ਲਈ, ਸਾਡੀ ਚੌਧਰਗੀ ਪ੍ਰਧਾਨਗੀ ਲਈ, ਮੈਂ ਨਾ ਪਤਾ ਨਹੀਂ ਕਿਹੜਾ ਦਿਮਾਗ ਅੱਗੇ ਕੱਲ ਗੱਲਾਂ ਕਰ ਰਹੀ ਰੇਡੀਓ ਤੇ ਵੀ, ਪਤਾ ਨਹੀਂ ਸਾਡੇ
ਲੋਕਾਂ ਦੀ ਅਮਰੀਕਾ ਚ ਆ ਕੇ, ਕੈਨੇਡਾ ਚ ਆ ਕੇ, ਬਾਹਰਲੇ ਮੁਲਕਾਂ ਚ ਆ ਕੇ ਆਪਣੀ ਸੋਚ ਨਹੀਂ ਬਦਲੀ, ਬਸ ਉਹੀ ਇੱਕ ਜਿਹੜੀ ਵਾਹ ਬੱਲੇ 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 ਗੁਲਾਮ ਸੋਚ ਆ ਜੀ ਜਿਹੜੀ ਆ ਜੀ, ਬਸ ਦੂਜੇ ਦੀ ਪੇਟ ਸਾਪੜੀ ਜਾਣੀ। ਉਹ ਨਹੀਂ ਬਦਲੀ। ਲੋਕਾਂ ਨੇ ਬਿਜ਼ਨਸ ਜ਼ਰੂਰ ਬਣਾ ਲਿਆ, ਵੱਡੀਆਂ ਵੱਡੀਆਂ ਮੱਲਾਂ ਮਾਰ ਲਈਆਂ, ਪਰ ਜਿਹੜੀ ਕਹਿਤੀ ਵੀ ਫਲਾਣੇ ਨੇ ਜੀ ਬੱਲੇ, ਫਲਾਣੇ ਨੇ ਕੰਮ ਕਰਤਾ, ਬਸ। ਜਿੰਨੇ ਪੋਲੀਟਿਕਸ ਆ, ਜਿੰਨੇ ਸਾਰੇ ਆਹ ਆਰਗੇਨਾਈਜੇਸ਼ਨ ਬਣੀਆਂ ਆਹ ਜਿਹੜੇ ਐਪ ਕਾਲੇ ਆ, ਇਹਨਾਂ ਨੂੰ ਕਿਸੇ ਨੂੰ ਸਾਰਿਆਂ ਦਾ ਬਾਇਓਕਾਟ ਕਰ ਰਹੇ ਨੇ। ਅਕਲ ਟਿਕਾਣੇ ਜਿਹਨੇ ਨੇ 2 ਮਹੀਨਿਆਂ ਦੇ ਵਿੱਚ। ਜਿਹੜੇ ਆਮ ਬੰਦੇ ਨੇ ਭਾਜੀ ਉਹ ਵਿਚਾਰੇ ਦੁਖੀ ਆ ਬਹੁਤ, ਜਿਹੜੇ ਜਿੱਦਾਂ ਹੁਣ ਤੁਸੀਂ ਸਟੋਰ ਤੇ ਆਮ ਕੱਲੇ ਦਾ ਸਟੋਰ ਆ, ਦੁਖੀ ਆ। ਉੱਪਰ ਜੋ ਆਰਗੇਨਾਈਜੇਸ਼ਨਾਂ ਕਰ ਰਹੀਆਂ ਉਹਨਾਂ ਨੂੰ, ਪਰ ਇਹ ਆ ਵੀ ਲੱਕਲੀ ਤੁਹਾਡਾ ਮੀਡੀਆ ਹੈਗਾ, ਅਸੀਂ ਕੱਲੇ ਪੋਲੀਟੀਸ਼ੀਅਨ ਨੂੰ ਐਕਸਪੋਜ਼ ਕਰਾਂਗੇ। ਆਹ ਪੋਲੀਟੀਸ਼ੀਅਨ ਤੁਹਾਡੇ ਹੱਕ 'ਚ ਖੜਿਆ, ਆਹ ਤੁਹਾਡੇ ਅਗੇਂਸਟ ਖੜਿਆ, ਇਹ ਐਨ ਇਦਾਂ ਹੀ ਚੱਲੂਗਾ ਵੋਟਾਂ ਤੇ, ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਜੀ। ਮੈਂ ਕਹਿੰਦਾ ਜੀ, ਮੇਰੀ ਵਾਈਫ ਹੈ, ਕਈ ਵਾਰ ਕਦੇ ਐਮਰਜੈਂਸੀ ਦੀ ਵਾਈਫ ਨੂੰ ਖੜਾਉਣਾ ਪੈਂਦਾ, ਉਹ ਬਿਲਕੁਲ ਸਾਡੇ ਬੌਸ ਹੈ, ਉਹਨਾਂ ਦੀ ਵਾਈਫ ਹੈ, ਉਹ ਬਿਲਕੁਲ ਹੀ ਬੁੜੀਆਂ ਆ ਕੇ ਹੀ ਨਹੀਂ ਰਾਜੀ। ਉਹ ਕਹਿੰਦੀਆਂ ਉੱਥੇ ਆਣਾ ਕਿ ਲੋਕੀ ਤਾਂ ਕੇ ਗੰਦ ਬਕਦੇ, ਸਮੈਲ ਆਉਂਦੀ ਇੰਨੀ ਬੈਡ। ਇਹਨਾਂ ਨੇ ਪਹਿਲਾਂ ਮੈਰਵਾਨਾ ਲਈ, ਆਪਦੇ ਲਈ ਇਹਨਾਂ ਨੇ ਮੈਰਵਾਨਾ ਲੀਗਲ ਕੀਤਾ, ਉਹ ਆਪਦੇ ਲਈ ਕੀਤਾ। ਹੁਣ ਉਹੀ ਕੰਮ ਕਰਨ ਲੱਗੇ ਆ, ਸਿਰਫ ਆਪਦੇ ਲਈ। ਜੇ ਗੌਰਮੈਂਟ ਦੇ ਅਸੀਂ ਵਸਿੰਦੇ ਹਾਂ, ਅਸੀਂ ਇੱਥੋਂ ਦੇ ਸਿਟੀਜ਼ਨ ਹੈ, ਅਸੀਂ ਇੱਥੋਂ ਦੇ ਗ੍ਰੀਨ ਕਾਰਡ ਹੈ, ਗੌਰਮੈਂਟ ਆਪਦੇ ਗਲੋਂ ਲਾ ਕੇ ਲੋਕਾਂ ਦੇ ਗਲਾਂ 'ਚ ਪਾਉਣ ਲੱਗੀ ਹੈ ਇਹ ਵੀ ਹਾਂ ਭਾਈ ਤੁਸੀਂ ਪਾਲੋ, ਸਟੋਰਾਂ ਵਾਲੇ ਪਾਲੋ, ਬਿਜ਼ਨਸਮੈਨ ਪਾਲੋ, ਇਹਨਾਂ ਨੂੰ ਅਸੀਂ ਨਹੀਂ ਪਾਲ ਸਕਦੇ। ਥੈਂਕ ਯੂ ਗੁਰਜੰਟ ਜੀ, ਆਪਣੇ ਕੋਲ ਹੋਰ ਕਾਲਰਸ ਵੀ ਨੇ, ਬੜੀ ਮਿਹਰਬਾਨੀ। ਬਿਲਕੁਲ, ਆਪਾਂ ਸਾਰੇ ਜਿਹੜੇ ਬਿਜ਼ਨਸ ਓਨਰ ਆ ਉਹ EMPLOYEE ਦੇ ਹੱਕ 'ਚ ਵੀ ਆ, ਕਿਸੇ ਤਰ੍ਹਾਂ ਦੀ ਸੱਟ ਚੋਟ ਨਹੀਂ ਲੱਗਣੀ ਚਾਹੀਦੀ। ਪਰ ਕਿਸੇ ਵੀ ਪੋਲੀਟੀਸ਼ੀਅਨ ਨੇ ਅੱਜ ਤੱਕ ਇਹ ਸਟੇਟਮੈਂਟ ਨਹੀਂ ਜਾਰੀ ਕੀਤੀ ਵੀ ਬਿਜ਼ਨਸ ਦੀ ਸੇਫਟੀ ਲਈ ਅਸੀਂ ਕੀ ਕਰ ਰਹੇ ਹਾਂ। ਸਟਾਕਟਨ ਪੁਲਿਸ ਸਟੇਸ਼ਨ ਦੇ ਬਿਲਕੁਲ ਸਾਹਮਣੇ 7-Eleven ਸੀ, ਜਿੱਥੇ ਹਰ ਰੋਜ਼ ਜਾ ਕੇ ਉਹ ਚੋਰੀ ਹੁੰਦੀ ਸੀ, ਹਨਾ। ਹੁਣ ਤੁਹਾਨੂੰ ਬਾਕੀ ਸਾਰੀ ਸਟੋਰੀ ਦਾ ਤੁਹਾਨੂੰ ਪਤਾ ਹੀ ਹੈ। 2 ਪ੍ਰੋਟੈਸਟ ਨੇ, ਜਿਹੜਾ ਕੋਈ ਪੁੱਛ ਰਿਹਾ ਨਾ ਵੀ ਕੀ ਕਨਫਿਊਜ਼ਨ ਆ ਪ੍ਰੋਟੈਸਟ ਨੂੰ। ਇੱਕ ਅੱਜ ਪੈਸਾਡੀਨਾ 'ਚ ਆ, ਉਹ ਸਿਰਫ ਕ੍ਰਿਸ ਹੋਲਡਨ ਦੇ ਆਫਿਸ ਦੇ ਬਾਹਰ ਆ। ਜਿਹੜਾ ਵੱਡਾ ਪ੍ਰੋਟੈਸਟ ਆ ਉਹ ਹੈਗਾ 31 ਤਰੀਕ ਨੂੰ, ਉਹ ਵੀਰਵਾਰ ਨੂੰ ਆ, ਉਹ ਸੈਕਰਾਮੈਂਟੋ ਦੇ ਵਿੱਚ ਆ। ਉਹ ਵੀਰਵਾਰ ਨੂੰ ਸਵੇਰੇ 8:30 ਵਜੇ ਆ। ਇਹ ਜਿਹੜਾ ਪੈਸਾਡੀਨਾ ਦੇ ਵਿੱਚ ਆ ਉਹ ਅੱਜ ਹੋ ਰਿਹਾ ਆ ਮੰਗਲਵਾਰ ਨੂੰ, ਉਹ ਹੈਗਾ 1 ਵਜੇ ਕ੍ਰਿਸ ਹੋਲਡਨ ਦੇ ਆਫਿਸ। ਸੋਚਣ ਦੱਸਦੇ ਇਹ ਕਿਉਂਕਿ ਉਹ ਸਦਰਨ ਕੈਲੀਫੋਰਨੀਆ 'ਚ ਆ, ਫਿਰ ਉਹ ਐਡੀ ਦੂਰੋਂ ਕਈ ਵਾਰ ਆਉਣਾ ਵੀ ਔਖਾ ਆ। ਪਰ ਜੋ ਕ੍ਰਿਸ ਹੋਲਡਨ ਆ, ਇਹ ਜਿਹੜੀ ਅਸੈਂਬਲੀ ਦੇ ਕੋਲ ਹੁਣ ਬਿੱਲ ਚੱਲ ਗਿਆ, ਸੈਨੇਟ 'ਚ ਤਾਂ ਪਾਸ ਹੋ ਗਿਆ ਆਲਰੇਡੀ, ਜਦ ਤੱਕ ਸਾਰੇ ਸੁੱਤੇ ਪਏ ਸੀਗੇ, ਕਿਸੇ ਨੂੰ ਨਹੀਂ ਪਤਾ ਸੀ ਵੀ ਕੀ ਹੋਇਆ। ਹੁਣ ਆਪਾਂ ਹਰਜੋਤ ਸਿੰਘ ਜੀ ਕਾਲਸ ਲੈ ਲਈਏ, ਕਾਫੀ ਜਣੇ ਆਪਣੇ ਨਾਲ ਨੇ। ਭੁਪਿੰਦਰ ਜੀ ਸਤਿ ਸ਼੍ਰੀ ਅਕਾਲ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਬਹੁਤ ਧੰਨਵਾਦ USA ਰੇਡੀਓ ਦਾ, ਜਿਨ੍ਹਾਂ ਨੇ ਅੱਜ 3 ਹਫ਼ਤੇ ਤੋਂ ਹੋਕਾ ਦੇ ਰਹੇ ਆ, ਜਾਗੋ। ਮੈਂ ਵੀਰਾਂ ਸਾਰਿਆਂ ਨੂੰ ਇਹੀ ਕਹਿਣਾ ਵੀ 31 ਤਰੀਕ 8:30 ਵਜੇ ਸੈਕਰਾਮੈਂਟੋ ਦੇ ਵਿੱਚ ਪਹੁੰਚੋ। ਐਵੇਂ ਕਿਸੇ ਦੇ ਮਗਰ ਨਾ ਲੱਗਿਓ ਜੇ। ਜਾਣ ਦਾ ਉੱਥੇ ਕੋਈ ਨੁਕਸਾਨ ਨਹੀਂ ਤੁਹਾਡਾ ਹੋਣਾ, ਨਾ ਜਾਣ ਦਾ ਤੁਸੀਂ ਬਾਅਦ ਦੇ ਵਿੱਚ ਸੋਚੋਗੇ ਨੁਕਸਾਨ ਕਿੰਨਾ ਹੋਣਾ ਆ। ਸਾਰਿਆਂ ਨੂੰ ਕਹਿਣਾ ਕੋਈ ਜਿਹਨੇ ਨਹੀਂ ਜਾਣਾ ਨਾ ਜਾਓ, ਪਰ ਰੋਕੋ ਨਾ ਕਿਸੇ ਨੂੰ। ਹਰ ਹਾਲਤ ਦੇ ਵਿੱਚ ਉੱਥੇ ਪਹੁੰਚੋ। ਰੇਡੀਓ USA ਨੇ ਤਾਂ ਬੜਾ ਹੋਕਾ ਦਿੱਤਾ ਆ, ਫਿਰ ਬਾਅਦ ਦੇ ਵਿੱਚ ਪਛਤਾਓਗੇ। ਮੈਂ ਇੰਨੀਆਂ ਕੀ ਬੇਨਤੀਆਂ ਸਰੋਤਿਆਂ ਨੂੰ ਕਰਨਾ ਵੀ ਆਪਾਂ ਉੱਥੇ ਵੀਰਵਾਰ ਨੂੰ 8:30 ਵਜੇ ਮੇਰੇ ਵੀਰ ਸਾਰੇ ਪਹੁੰਚੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਜੀਤ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਇਹ ਜੋ ਤੁਸੀਂ ਵਿਕਟਰੀ ਦਾ ਲੈਟਰ ਦੇਖ ਰਹੇ ਆ ਨਾ, ਇਹ ਨਵਾਂ ਜੋ ਭੇਜਿਆ, ਇਹ ਤੁਹਾਨੂੰ ਪਤਾ ਇਹ ਸਾਰਾ ਕੁਝ ਇਹ ਜੋ ਰੈਲੀ ਨੂੰ ਡੀਰੇਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਮੈਂ ਆਰਗੇਨਾਈਜੇਸ਼ਨ ਦਾ ਨਾਮ ਮੈਂਬਰ ਵੀ ਹੈਗਾ, 7 ਮੈਂਬਰ ਹੋਰ ਵੀ ਦਿੱਤੇ ਇਹਨਾਂ ਨੂੰ। ਤੇ ਮੈਂ ਜੋ ਇਹ ਆਰਗੇਨਾਈਜੇਸ਼ਨ ਹੈਗੀ ਆ, ਮੈਂ ਇਹਨਾਂ ਨੂੰ ਜਦੋਂ ਇਹ ਪ੍ਰੋਪੋਜੀਸ਼ਨ 47 ਪਾਸ ਹੋਈ ਸੀ, ਉਦੋਂ ਵੀ ਇਹਨਾਂ ਨੂੰ ਕਾਲ ਕੀਤੀ ਸੀ, ਆਪਾਂ ਇਕੱਠੇ ਹੋਈਏ ਕੁਛ ਕਰੀਏ। 2014 ਦੇ ਵਿੱਚ ਅਸੀਂ ਕਰ ਰਹੇ ਹਾਂ। ਜਦੋਂ ਕੈਲੀਫੋਰਨੀਆ ਵਿੱਚ ਸਿਗਰਟ ਬੈਨ ਹੋਇਆ, ਉਹਦੇ ਵਿੱਚ ਵੀ ਮੈਂ ਇਹਨਾਂ ਨੂੰ ਕਾਲ ਕੀਤੀ, ਅਸੀਂ ਜੀ ਕਰ ਰਹੇ ਹਾਂ, ਬਿਹਾਈਂਡ ਦਾ ਸੀਨ ਕਰ ਰਹੇ ਹਾਂ। ਇਹ ਜਦੋਂ ਵੀ ਇਹਨਾਂ ਨੂੰ ਕਾਲ ਕਰੋ ਤੁਸੀਂ, ਇਹ ਆਪਣੀ ਸਿਰਫ ਕੁਰਸੀ, ਆਪਣੇ ਬੱਚਿਆਂ ਦਾ ਭਵਿੱਖ ਪੋਲੀਟੀਸ਼ੀਅਨਾਂ ਦੇ ਨਾਲ ਰਲ ਕੇ ਬਣਾਉਂਦੇ ਆ। ਇਹ ਬੈਕ ਸਟੈਪ ਕਰਦੇ ਨੇ। ਇਹਨਾਂ ਨੇ ਹੁਣ ਵੀ ਕੀਤਾ। ਤੁਸੀਂ ਦੱਸਿਆ ਫਰਵਰੀ ਮਾਰਚ ਦੇ ਵਿੱਚ ਬਿੱਲ ਆਇਆ। ਜੇ ਇਹਨਾਂ ਨੇ ਵਿਕਟਰੀ ਲੈਣੀ ਹੁੰਦੀ ਉਦੋਂ ਇਕੱਠੇ ਕਰਦੇ ਲੋਕਾਂ ਨੂੰ, ਉਦੋਂ ਕਿਉਂ ਨਹੀਂ ਕੀਤਾ ਇਹਨਾਂ ਨੇ ਇਕੱਠੇ ਲੋਕਾਂ ਨੂੰ? ਏਦਾਂ ਕਰਦੇ ਇਹ ਤੁਸੀਂ ਇਕੱਠੇ ਕਰਕੇ ਚਲੋ ਫਿਰ ਤਾਂ ਅਸੀਂ ਕਹਿ ਦਿੰਦੇ ਵੀ ਤੁਸੀਂ ਜਨਤਾ ਲਈ ਕਰ ਰਹੇ ਆ, ਸਮਾਲ ਬਿਜ਼ਨਸ ਲਈ ਕਰ ਰਹੇ ਆ। ਇਹ ਤਾਂ ਸਮਾਲ ਬਿਜ਼ਨਸ ਓਨਰ ਨੂੰ ਪਤਾ, ਜਿਹੜੇ EMPLOYEEਆਂ ਦੇ ਨਾਲ ਖੜ ਕੇ ਆਪ ਉੱਥੇ ਖੜੇ ਘੰਟੇ ਲਾਉਂਦੇ ਆ। ਇਹਨਾਂ ਨੂੰ ਕੀ ਪਤਾ ਕੀ ਹੁੰਦਾ ਉੱਥੇ। ਬਿਜ਼ਨਸ ਓਨਰ ਦੇ ਸਾਹਮਣੇ ਸਮੈਸ਼ ਐਂਡ ਗ੍ਰੈਬ ਕੋਲ ਜਾਂਦਾ ਤੇ ਕੀ
ਉਹ ਲੈਟ them take anything they want it to? No. ਅਸੀਂ ਆਪਣੇ ਜੋ ਪ੍ਰਾਪਰਟੀ ਬਣਾਈ ਆ ਉਹਨੂੰ ਬਚਾਉਣਾ ਆ ਆਪਣੇ ਬੱਚਿਆਂ ਲਈ। ਇਹ ਸਾਡੀ ਇਕੁਇਟੀ ਆ, ਅਸੀਂ ਬਚਾ ਕੇ ਰੱਖਣਾ। ਤੇ ਮੈਂ ਤਾਂ ਅੱਜ ਇਹ ਅਨਾਉਂਸ ਕਰਦਾ ਰੇਡੀਓ ਰਾਹੀਂ, ਅੱਜ ਜਿੰਨੇ ਸਾਡੇ 7 ਮੈਂਬਰ ਹੋਣਗੇ, ਮੈਂ ਆਰਗੇਨਾਈਜੇਸ਼ਨ ਨੂੰ ਇਹਨਾਂ ਨੂੰ ਅਲਵਿਦਾ ਕਹਿਣਾ। ਇਹਨਾਂ ਦੀ ਮੈਂਬਰਸ਼ਿਪ ਖਤਮ, ਕਿਉਂਕਿ ਬੈਕ ਸਟੈਪ ਕਰ ਰਹੇ ਆ, ਇਹ ਜਨਤਾ ਨੂੰ ਗੁੰਮਰਾਹ ਕਰ ਰਹੇ ਆ ਇਹ ਰੈਲੀ ਤੋਂ ਜਾਣ ਨੂੰ। ਤੁਸੀਂ ਸਮਾਂ ਉੱਥੇ ਜੇ ਅਗਰ ਤੁਸੀਂ ਕੁਛ ਕੀਤਾ, ਉੱਥੇ ਆਓ, ਉੱਥੇ ਫਨ ਕਰੀਏ, ਉੱਥੇ ਇਕੱਠੇ ਹੋਈਏ। ਜੇ ਅਗਰ ਤੁਸੀਂ ਕੀਤਾ, ਦਿਖਾਓ ਜਨਤਾ ਨੂੰ ਤੁਸੀਂ ਕੀ ਕੀਤਾ। ਤੁਸੀਂ ਕੁਛ ਨਹੀਂ ਕੀਤਾ। ਤੇ ਮੈਂ ਜਨਤਾ ਨੂੰ ਬੇਨਤੀ ਕਰਦਾ, ਜਿੱਦਾਂ ਤੁਸੀਂ ਅੱਜ ਇਕੱਠੇ ਹੋਏ ਆ, ਏਦਾਂ ਹੀ ਇਕੱਠ ਦਿਖਾਓ ਵੋਟਾਂ ਦੇ ਸਮੇਂ ਵੀ, ਵੋਟਾਂ ਦੇ ਵਿੱਚ ਸਮੇਂ ਵੀ ਦਿਖਾਓ ਇਕੱਠ ਕਿ ਤੁਸੀਂ ਕੀ ਕਰ ਸਕਦੇ ਹੋ। ਇਹ ਜੇ ਸੁੱਤੇ ਰਹਿ ਗਏ ਤੇ ਫਿਰ ਇਹਨਾਂ ਨੇ ਏਦਾਂ ਹੀ ਸਾਡਾ ਕੰਮ ਕਰਨਾ, ਏਦਾਂ ਹੀ ਖਰਾਬ ਕਰੀ ਜਾਣਾ, ਏਦਾਂ ਬਿੱਲ ਲਈ ਹੁਣ। ਇੱਕ ਨਹੀਂ, ਬਹੁਤ ਏਦਾਂ ਦੇ ਰਾਜਕਰਨ ਜੀ ਨੇ ਸਾਰਾ ਸਮਝਾਇਆ ਪਿਛਲੇ ਵੀਕ, ਤੁਹਾਨੂੰ ਸਾਰਾ ਕੁਝ ਦੱਸਿਆ। ਕਿੰਨੇ ਬਿੱਲ ਹੋਰ ਆ ਰਹੇ ਆ, ਉਹ ਇਹਨਾਂ ਦੀ ਬਦੌਲਤ ਆ ਰਹੇ ਆ। ਅਗਰ ਮੈਂ ਤੁਹਾਨੂੰ ਦੱਸਦਾ, ਰੱਬ ਨਾ ਕਰੇ, ਅਗਰ ਇਹ ਪਾਸ ਹੋ ਵੀ ਗਿਆ, ਸਟਾਪ ਨਾ ਹੋਇਆ, ਤੇ ਰਹਿਣੇ ਇਹ ਵੀ ਨਹੀਂ ਗਏ, ਤੇ ਰਹਿਣੇ ਦੂਜੇ ਵੀ ਨੇ। ਪੰਜਾਬ ਮੰਗੋ, ਰਹਿਣਾ ਕੋਈ ਵੀ ਨਹੀਂਗਾ ਜਿਹੜਾ ਮਾੜਾ ਸੋਚਦਾ ਲੋਕਾਂ ਦਾ। ਥੈਂਕ ਯੂ ਹਰਜੀਤ ਜੀ, ਥੈਂਕ ਯੂ, ਮਿਹਰਬਾਨੀ ਜੀ। ਸਮਾਂ ਆਪਣਾ ਕੱਲ ਨੂੰ ਮਿਲਦੇ ਆ ਜੀ 8:30 ਵਜੇ ਉੱਥੇ। ਪਰਸੋਂ ਨੂੰ ਕੱਲ ਨਹੀਂ, ਪਰਸੋਂ 31 ਤਰੀਕ ਨੂੰ ਆ ਜੀ, 31 ਤਰੀਕ ਨੂੰ। ਅੱਜ 29 ਆ, ਸੋ ਐਵੇਂ ਭੁਲੇਖਾ ਨਾ ਹੋਇਆ, ਕੱਲ ਵੀ ਜਲਦੀ ਹੈ ਤੇ ਪਰਸੋਂ ਵੀ। ਪਰਸੋਂ ਨੂੰ ਆ ਮੇਨ, 31 ਤਰੀਕ ਨੂੰ ਜਿਹੜਾ ਉਹ ਆਪਾਂ ਜਾਣਾ ਆ। ਤੇ ਬਾਕੀ ਹੁਣ ਤੁਸੀਂ ਦੇਖੋ, ਉਦਣ ਹੀ ਜਿੱਦਣ ਪਿਛਲਾ ਪ੍ਰੋਟੈਸਟ ਹੋਇਆ ਸੀ, 16 ਨੂੰ ਹੋਇਆ ਸੀ ਨਾ, ਉਹ ਤੋਂ ਅਗਲੇ ਦਿਨ ਜਿਹੜੀ ਜ਼ੂਮ ਮੀਟਿੰਗ ਹੋਈ, ਉਹਦੇ ਬਾਰੇ ਕਹਿੰਦੇ ਜੀ ਇਹ ਪਹਿਲਾਂ ਸਕੈਜੂਲ ਸੀ, ਉਦਣ ਨਾ ਦੱਸਿਆ ਉੱਥੇ, ਬਾਕੀ ਲੋਕਾਂ ਨੂੰ ਦੱਸ ਦਿੰਦੇ ਵੀ ਭਾਈ ਸਾਡੀ ਮੀਟਿੰਗ ਸਕੈਜੂਲ ਹੈ, ਤੁਸੀਂ ਵੀ ਆਇਓ, ਦੱਸਿਓ, ਆਪਣੀ ਗੱਲ ਰੱਖਿਓ। ਇਹ ਤਾਂ ਹੁਣ ਸ਼ਰੇਆਮ ਵੀ ਝੂਠ ਹੋਇਆ ਨਾ। ਇਹ ਫਿਰ ਨਾਲੇ ਜਿਹੜੀ ਕੋਈ ਅਮੈਂਡਮੈਂਟ ਵੀ ਹੋਈ ਉਹ ਕੋਈ ਖਾਸ ਨਹੀਂ ਵੀ ਉਹ ਚ ਇਹ ਆ ਵੀ ਤੁਸੀਂ ਸਿਕਿਉਰਿਟੀ ਗਾਰਡ ਹਾਇਰ ਕਰਨ ਦੀ ਜ਼ਰੂਰਤ ਨਹੀਂ, ਤੁਸੀਂ ਆਪ ਹੀ ਸਿਕਿਉਰਿਟੀ ਪਰਸਨ ਬਣ ਸਕਦੇ ਆ। ਜੇ ਤੁਸੀਂ ਰੋਕ ਨਹੀਂ ਸਕਦੇ ਤੇ ਲੌਗ ਤੁਹਾਨੂੰ ਸੇਮ ਰੱਖਣੇ ਪੈਣੇ ਆ, ਕਿਹੜੀ ਇਨਸੀਡੈਂਟ ਹੋਈ ਆ। ਤੇ ਜੇ ਤੁਹਾਡਾ ਲੌਗ ਮਿਸਿੰਗ ਹੋਇਆ, OSHA ਵਾਲੇ ਦੇਖੋ ਹਰਜੋਤ ਸਿੰਘ ਜੀ, ਕੋਈ ਵੀ ਜਿਹੜਾ ਇਹਨਾਂ ਟ੍ਰੇਨਿੰਗਸ ਦੇ ਉੱਤੇ ਪਤਾ ਕਿੰਨਾ ਫਾਈਨੈਂਸ਼ੀਅਲ ਖਰਚਾ ਜਿਹੜਾ ਹੁੰਦਾ ਆ। ਅਸੀਂ ਇਹ ਨਹੀਂ ਕਹਿੰਦੇ ਕੋਈ ਨਾ ਕਰੋ, ਪਰ ਇੱਕ ਸਮਾਲ ਬਿਜ਼ਨਸ ਦੇ ਉੱਤੇ ਜਿਹੜਾ ਇਹ ਵਾਧੂ ਦਾ ਬਰਡਨ ਜਿਹੜਾ ਉਹ ਪਾਉਣਾ, ਉਹ ਆਪਣਾ ਇਹ ਰੈਗੂਲੇਸ਼ਨਸ ਨੂੰ ਪੂਰੀਆਂ ਕਰੂਗਾ ਕਿ ਆਪਣਾ ਬਿਜ਼ਨਸ ਜਿਹੜਾ ਉਹ ਰਨ ਕਰੂਗਾ। ਨਾਲੇ ਰਾਜਗੜ੍ਹ ਵੀ ਸਟੋਰਾਂ ਵਾਲਿਆਂ ਨੂੰ ਤਾਂ ਕੈਸ਼ ਰਜਿਸਟਰ ਟ੍ਰੇਨ ਕਰਨ ਲਈ ਟਾਈਮ ਨਹੀਂ ਹੁੰਦਾ ਉਹਨਾਂ ਦੇ ਕੋਲ, ਤੇ ਆ ਜਿਹੜੀ ਟ੍ਰੇਨਿੰਗ ਇੰਨੀ ਕਿੰਨੀ ਲਓਗੇ ਕਿੱਦਾਂ। ਠੀਕ ਹੈ ਰਾਜਵਿੰਦਰ ਜੀ ਸਤਿ ਸ਼੍ਰੀ ਅਕਾਲ। ਰਵਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਹਾਂਜੀ, ਮੈਂ ਬਸ ਇੱਕ ਚੀਜ਼ ਐਡ ਕਰਨੀ ਚਾਹੁੰਦਾ ਵੀ ਆਪਣੇ ਨਾ ਇਕੱਲੇ ਸਟੋਰਾਂ ਵਾਲੇ ਹੀ ਨਾ ਉੱਥੇ ਪਹੁੰਚਣ, ਆਪਣੇ ਜਿਹੜੇ ਰੈਜ਼ੀਡੈਂਸ ਵਾਲੇ ਆ ਉਹ ਵੀ ਪਹੁੰਚਣ, ਕਿਉਂਕਿ ਜ਼ਰੂਰ ਉਹ ਅੱਜ ਸਟੋਰਾਂ 'ਚ ਉਹ ਕਰਦੇ ਆ ਤੇ ਕੱਲ ਨੂੰ ਲੋਕਾਂ ਦੇ ਘਰਾਂ 'ਚ ਵੀ ਵੜਨਗੇ। ਤੇ ਆਪਾਂ ਵੜ ਰਹੇ ਆ ਜੀ, ਵੜ ਰਹੇ ਆ। ਹਾਂਜੀ। ਤੇ ਮੈਂ ਇਹੀ ਸਾਰਿਆਂ ਨੂੰ ਰਿਕੁਐਸਟ ਕਰਦਾ ਵੀ ਇਹ ਨਾ ਸੋਚੋ ਵੀ ਸਟੋਰਾਂ ਵਾਲਿਆਂ ਦੀ ਪ੍ਰੋਬਲਮ ਹੈ, ਇਹ ਸਾਰੇ ਆਪਣੀ ਕਮਿਊਨਿਟੀ ਦੀ ਪ੍ਰੋਬਲਮ ਹੈ। ਆਪਣੇ ਸਾਰੇ ਜਿਹੜੇ ਵੀ ਸੁਣ ਰਹੇ ਆ ਭੈਣ ਭਰਾ, ਜਿਹੜੇ ਰੈਜ਼ੀਡੈਂਸ ਵਾਲੇ ਵੀ ਹੈ ਜਾਂ ਹੋਰ ਹੈ, ਉਹ ਸਾਰੇ ਉੱਥੇ ਆ ਕੇ ਸਪੋਰਟ ਕਰਨ। ਨਹੀਂ, ਇਹ ਤਾਂ ਦੇਖੋ ਜੀ ਸੁਸਾਇਟੀ ਦੇ ਤਾਣੇ ਬਾਣੇ ਦਾ ਜਿਹੜਾ ਇਹ ਸਵਾਲ ਹੈ, ਇਹਦੇ ਵਿੱਚ ਜਿਹੜਾ ਸਿੱਧੀ ਜੀ ਗੱਲ ਕੱਲਾ ਇਹ ਨਾ ਸੋਚਣ। ਮੈਂ ਨਾ ਦਰਅਸਲ ਪਰਸਨਲੀ 1-2 ਜਣਿਆਂ ਨੂੰ ਕਾਲ ਕੀਤੀ ਵੀ ਤੁਸੀਂ ਉੱਥੇ ਪਹੁੰਚੋ, ਉਹਨਾਂ ਦਾ ਇਹੀ ਜਵਾਬ ਸੀ, ਲੈ ਇਹ ਸਾਡਾ ਥੋੜਾ ਹੈ, ਪਰ ਇਹ ਬਹੁਤ ਗਲਤ ਗੱਲ ਹੈ। ਕੱਲ ਨੂੰ ਉਹਨਾਂ ਦੇ ਪ੍ਰੋਬਲਮ ਆਉਂਦੀ ਹੈ ਤੇ ਫਿਰ ਉਹਨਾਂ ਨੇ ਅੱਗਾ ਪਿੱਛਾ ਦੇਖਣਾ ਹੈ ਆਪਣੇ ਨਾਲ। ਬਿਲਕੁਲ। ਹਾਂਜੀ, ਇਸ ਕਰਕੇ ਇਹ ਹੈ ਵੀ ਸਾਰੇ ਭੈਣ ਭਰਾਵਾਂ ਨੂੰ ਇਹ ਹੈ ਵੀ ਜ਼ਰੂਰੀ ਨਾ ਕਹਿਣ ਵੀ ਸਟੋਰਾਂ ਵਾਲੇ ਦੀ ਪ੍ਰੋਬਲਮ ਹੈ, ਇਹ ਆਪਣੀ ਸਾਰੀ ਕਮਿਊਨਿਟੀ ਦੀ ਪ੍ਰੋਬਲਮ ਹੈ। ਬਿਲਕੁਲ, ਥੈਂਕ ਯੂ। ਹਾਂਜੀ, ਹੋਰ ਓਕੇ, ਥੈਂਕ ਯੂ। ਹਰਪਾਲ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਮੈਂ 2 ਗੱਲਾਂ ਕਰਨੀਆਂ ਵੀਰ ਜੀ। ਇਹ ਇੱਕ ਤੇ ਗੱਲ ਇਹ ਮੈਂ ਸੋਚੀ ਜਾਂਦਾ ਵਾਂ ਵੀ ਜਦੋਂ ਕਿਸਾਨ ਮੋਰਚਾ ਹੋਇਆ ਤੇ ਉਦੋਂ ਵੇਖੋ ਜੀ ਸਾਰੇ ਇੰਡੀਆ ਨੂੰ ਇਹ ਇਫੈਕਟ ਕਰਨੀ ਸੀ ਗੱਲ, ਤੇ ਉਦੋਂ ਵੀ ਸਭ ਤੋਂ ਪਹਿਲਾਂ ਤੇ ਸਭ ਤੋਂ ਮੋਹਰੇ ਪੰਜਾਬੀ ਹੋ ਕੇ ਹੀ ਆਪਣੇ ਚੱਲਦੇ ਆ ਤੇ ਕੰਮ ਸਾਰੇ ਕਰਦੇ ਆ। ਤੇ ਇੱਥੇ ਵੇਖੋ ਹੁਣ ਤੁਸੀਂ ਇਹ ਸਾਰੀ ਕਮਿਊਨਿਟੀ ਹੋਰਨਾਂ ਨੂੰ ਵੀ ਇਹਦਾ ਇਫੈਕਟ ਹੋਣਾ ਆ, ਜਿਹੜੀ ਆ ਬਿੱਲ ਆ, ਤੇ ਇੱਥੇ ਵੀ ਸਾਰੇ ਪੰਜਾਬੀ ਆ। ਵੇਖੋ ਜੀ, ਆਪਾਂ ਜੇ ਇੰਡੀਆ 'ਚ ਵਾਂ ਤਾਂ ਵੀ ਅਸੀਂ ਧਰਨੇ ਮੋਰਚੇ ਲਾਈ ਜਾਂਦੇ ਆ, ਜੇ ਅਮਰੀਕਾ 'ਚ ਆ ਗਏ ਆ ਤਾਂ ਵੀ ਧਰਨੇ ਮੋਰਚੇ ਲਾਈ ਜਾਂਦੇ ਆ। ਮੇਰਾ ਇੱਕ ਇਹਦੇ ਨਾਲ ਕੰਸਰਨ ਆ ਵੀ ਆਪਾਂ ਥੋੜਾ ਬਹੁਤਾ ਹੋਰ ਵੀ ਸਾਈਡ ਤੇ ਵੀ ਸੋਚੀਏ ਵੀ ਜੇ ਆਪਣਾ ਦੂਜੀਆਂ ਕਮਿਊਨਿਟੀ ਦੀਆਂ ਸਰਦਾ ਵਾ ਤੇ ਆਪਾਂ ਵੀ ਕੋਈ ਨਾ ਕੋਈ ਇਹੋ ਜਿਹਾ ਕੋਈ ਕਰੀਏ। ਇੱਕ ਤੇ ਇਹ ਆ। ਦੂਸਰੀ ਗੱਲ ਜਿਹੜੀ ਆ, ਵੇਖੋ ਜਦੋਂ ਕਿਸਾਨ ਮੋਰਚਾ ਵੇਚ ਗਏ ਸੀਗੇ ਜਿਹੜੇ ਆਪਣੇ ਲੀਡਰ ਸੀਗੇ, ਇੱਥੇ ਵੀ ਜਿਹੜੇ ਇੱਕ ਵੀਰ ਨੇ ਹੁਣੇ ਗੱਲ ਕੀਤੀ ਆ ਨਾ ਵੀ ਮੈਂ ਇਹ ਜਿਹੜੀ ਆਰਗੇਨਾਈਜੇਸ਼ਨ ਹੈ ਉਹਨੂੰ ਕੁਇਟ ਕਰਦਾ ਆ, ਇਹ ਬੜੀ ਵਧੀਆ ਗੱਲ ਕੀਤੀ ਉਹਨੇ ਬਾਈ ਨੇ। ਵੇਖੋ ਜਿੱਦਾਂ ਨਾ ਮੈਂ ਵੀ ਇੱਕ ਮੈਂਬਰ ਆ ਆਰਗੇਨਾਈਜੇਸ਼ਨ ਦਾ, ਤੇ ਇਹ ਜਦੋਂ ਆਪਾਂ ਮੈਂਬਰ ਬਣਦੇ ਆ, ਮੈਂ ਗੱਲ ਕੀਤੀ ਮੈਂ ਵੀਰਾਂ ਨਾਲ, ਮੈਂ ਕਿਹਾ ਯਾਰ ਆਪਾਂ ਨੂੰ ਲੋੜ ਹੈ ਨਹੀਂ ਇਹਦੀ ਮੈਂਬਰ ਬਣਨ ਦੀ। ਉਹ ਆਪਣੇ ਵੀਰ ਕਹਿ ਦਿੰਦੇ ਆ ਯਾਰ ਡਾਲਦਾ ਤਾਂ 100 ਆ ਸਾਲ ਦਾ ਇਹਦੀ ਫੀਸ,
ਤੇ ਉਹਦੇ ਬਾਅਦ ਆਪਾਂ ਲੰਚ ਹੀ ਕਰ ਆਉਣਾ ਵਾ ਫ੍ਰੀ ਵਾਲਾ, ਨਾਲੇ ਆਪਾਂ ਗੱਲਾਂ ਬਾਤਾਂ ਮਾਰ ਲੈਂਦੇ ਆ। ਪਰ ਆਪਾਂ ਨੂੰ ਉਹ ਨਾਲੇ ਗਾਣ ਵਜਾਣ ਵਾਲਾ ਸੁਣ ਲੈਂਦੇ ਆ। ਹਾਂਜੀ ਵੀਰ ਜੀ, ਆਪਾਂ ਇਹ ਨਹੀਂ ਸੋਚਦੇ ਵੀ ਉਹਨਾਂ ਨੇ ਆਪਾਂ ਨੂੰ ਜਿਹੜੀ ਆਰਗੇਨਾਈਜੇਸ਼ਨ ਦੇ ਮੈਂਬਰ ਬਣਾਇਆ ਵਾ, ਕਿੰਨੀ ਆਪਣੀ ਕੁਆਂਟੀਟੀ ਆ, ਉਹ ਆਪਣੀ ਕੁਆਂਟੀਟੀ ਅੱਗੇ ਵੇਚਦੇ ਆ ਵੀ ਵੇਖੋ ਜੀ ਸਾਡੇ ਇੰਨੇ ਮੈਂਬਰ ਜੇ ਤੇ ਸਾਡੇ ਨਾਲ ਉਹ ਖੜੇ ਆ। ਇਹਦੇ ਬਾਰੇ ਆਪਾਂ ਨੂੰ ਸੋਚਣਾ ਪਊਗਾ, ਬਿਲਕੁਲ ਵੇਖਣਾ ਪਊਗਾ ਵੀ ਆਪਾਂ ਕਿਹੜੀ ਆਰਗੇਨਾਈਜੇਸ਼ਨ ਦੇ ਵਿੱਚ ਆਪਾਂ ਐਂਟਰੀ ਕਰ ਰਹੇ ਆ, ਆਪਾਂ ਉਹਦਾ ਬੈਨੀਫਿਟ ਲੈਂਦੇ ਆ ਜਾਂ ਨਹੀਂ ਲੈਂਦੇ। ਤੇ ਮੇਰੇ ਹਿਸਾਬ ਨਾਲ ਸੋਚਣਾ ਪਊਗਾ ਵੀ ਆਪਾਂ ਨੂੰ ਰਿਵਰਸ ਕਰਨਾ ਪਊਗਾ, ਸਾਰੇ ਮੈਂਬਰਾਂ ਨੂੰ ਉਹ ਪਿੱਛੇ ਸਟੈਪ ਲੈਣਾ ਪਊਗਾ ਤੇ ਆਪਾਂ ਫਿਰ ਕਿਸੇ ਬੰਨੇ ਲੱਗ ਸਕਦੇ ਹਾਂ। ਥੈਂਕ ਯੂ ਥੈਂਕ ਯੂ ਮਿਹਰਬਾਨੀ। ਦੇਖੋ ਨਹੀਂ, ਇਹ ਤਾਂ ਸਿੱਧੀ ਜੀ ਜਿਹੜੀ ਉਹ ਗੱਲ ਆ, ਹੁਣ ਫ੍ਰੀ ਲੰਚ ਖਾਣ ਨੂੰ ਥੋੜੀ ਆਰਗੇਨਾਈਜੇਸ਼ਨ ਬਣਾਈ, ਉਹ ਤਾਂ ਯਾਰ ਤੁਸੀਂ 4 ਜਣੇ ਇਕੱਠੇ ਹੋ ਕੇ ਕਰ ਲਓ ਤੇ ਉਹ ਪੈਸੇ ਪਾ ਕੇ ਆਪ ਕਰ ਲਿਓ, ਤੇ ਉਨੇ ਕਿਤੇ ਵਿੱਚ ਤੁਹਾਡਾ ਫ੍ਰੀ ਵਾਲਾ ਹਿਸਾਬ ਹੋ ਜਾਣਾ। ਉਹ ਪੈਸੇ ਤਾਂ ਫਿਰ ਵੀ ਦੇ ਹੀ ਰਹੇ ਆ ਨਾ, ਡਾਲਰ ਤਾਂ ਫਿਰ ਵੀ ਦੇ ਰਹੇ ਆ। ਜੇ ਉਹ ਆਰਗੇਨਾਈਜੇਸ਼ਨ ਕਹਿੰਦੀ ਆ ਵੀ ਅਸੀਂ ਰੂਟ ਦੇ ਉੱਤੇ, ਗ੍ਰਾਸ ਰੂਟ ਲੈਵਲ ਦੇ ਉੱਤੇ ਕੰਮ ਕਰ ਰਹੇ ਆ, ਇਹ ਕਿਹੜਾ ਗ੍ਰਾਸ ਰੂਟ ਲੈਵਲ ਦੇ ਉੱਤੇ ਕੰਮ ਹੋਇਆ ਵੀ ਬਿੱਲ ਪਾਸ ਹੋਣ ਤੋਂ ਬਾਅਦ ਦੇ ਵਿੱਚ ਸਾਨੂੰ ਦੱਸਣਾ ਪਵੇ ਤੇ ਸੋ ਕਾਲਡ ਉਹਨਾਂ ਦੇ ਜਿਹੜੇ ਲੌਬੀਇਸਟ ਆ ਉਹ ਸੁੱਤੇ ਬੈਠੇ ਹੋਣ। ਆਪਣੇ ਅਗਲੇ ਕਾਲਰ ਲਵਾਂਗੇ, ਫਿਰ ਪ੍ਰੋਗਰਾਮ ਦੀ ਸਮਾਪਤੀ ਹੈ। ਪਰਮਜੀਤ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜਸਕਰਨ ਸਿੰਘ ਦੇ ਖਾਸ ਰਾਜਕਰਨ, ਹਾਂਜੀ ਰਾਜਕਰਨ ਸਿੰਘ ਜੀ, ਤੇ ਜਿੰਨੇ ਵੀ ਸਰੋਤੇ ਸੁਣ ਰਹੇ ਨੇ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਸਤਿ ਸ਼੍ਰੀ ਅਕਾਲ ਜੀ। ਅੱਛਾ ਜੀ, ਮੈਂ ਜਿਹੜਾ ਇਹਦੇ ਬਾਰੇ ਵਿੱਚ ਇੱਕ ਦੋ ਚੀਜ਼ਾਂ ਐਡ ਕਰਨਾ ਚਾਹੁੰਦਾ ਵੀ ਖਾਸ ਤੌਰ ਤੇ ਸੈਕਰਾਮੈਂਟੋ ਏਰੀਆ ਤੋਂ। ਸਭ ਤੋਂ ਪਹਿਲੋਂ ਖਾਲਸਾ ਜੀ ਪੰਜਾਬੀ ਰੇਡੀਓ USA ਦਾ ਬਹੁਤ ਬਹੁਤ ਧੰਨਵਾਦ। ਇਹਨਾਂ ਨੇ ਜਿਹੜਾ ਇਹ ਮੁੱਦਾ ਚੱਕਿਆ, ਇਹਨੂੰ ਬਹੁਤ ਹਾਈ ਲੈਵਲ ਤੇ ਲਗਾਇਆ ਨੇ, ਤੇ ਜਸਕਰਨ ਸੋਤਾ ਨੇ ਬਹੁਤ ਇਸ ਚੀਜ਼ ਦਾ ਸਾਥ ਦਿੱਤਾ। ਤੇ ਜੇ ਸੈਕਰਾਮੈਂਟੋ ਦੀ ਗੱਲ ਕਰੀਏ ਤਾਂ ਇੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਅਵਤਾਰ ਸਿੰਘ ਅਟਵਾਲ, ਉਹਨਾਂ ਨੇ ਬਹੁਤ ਜ਼ੋਰ ਮਾਰਿਆ ਇਸ ਮੁੱਦੇ ਨੂੰ ਚੱਕਣ ਨੂੰ, ਤੇ ਨਾਲ ਸਾਰੇ ਤੁਸੀਂ ਵੀ ਪਰਮਜੀਤ ਖਹਿਰਾ ਭਾਜੀ ਬੋਲ ਰਹੇ ਆ ਰਸਤੇ, ਜੱਸੀ ਸ਼ੇਰਗਿੱਲ, ਮੱਖਣ ਝੱਟੂ, ਅਮਰਪਾਲ ਝੱਟੂ, ਹੋਰ ਤਾਰੀ ਭਾਜੀ, ਅਵਤਾਰ, ਸਾਰੇ ਬਹੁਤ ਜ਼ਿਆਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਪਿਛਲੀ ਵਾਰੀ ਵੀ ਬੜਾ ਜ਼ੋਰ ਲਾਇਆ ਸਾਰਿਆਂ ਨੇ ਜੀ। ਤੇ ਨਾਲ ਹੀ ਮੈਂ ਐਡ ਕਰਨਾ ਚਾਹੁੰਦਾ ਵੀ ਸਾਡੇ ਨਾਲ ਅਵਤਾਰ ਸਿੰਘ ਦੀ ਅਗਵਾਈ ਹੇਠ ਸਾਡੇ ਨਾਲ ਯੰਗਸਟਰ ਟੀਮ ਜੁੜੀ। ਉਹਦੇ ਚੋਂ ਮੁੰਡੇ ਪਰਮਪ੍ਰੀਤ ਦੰਦਰਾ ਅਟਰਨੀ ਨੇ, ਨਾਲ ਦਲਜੀਤ ਸਿੰਘ ਬੋਪਾ ਰਾਏ, ਉਹ ਪੋਲੀਟਿਕਸ ਇਨਵੋਲਵ ਨੇ, ਤੇ ਉਹਨਾਂ ਨੇ ਬਹੁਤ ਜ਼ੋਰ ਮਾਰਿਆ ਪਿਛਲੀ ਵਾਰੀ। ਤੇ ਉਹਨਾਂ ਨੇ ਹੁਣ ਤੱਕ ਜਿਹੜਾ ਅਸੀਂ ਪ੍ਰੋਟੈਸਟ ਜਾ ਕੇ ਇਕੱਲੇ ਨਾਮਜ਼ੋਰ ਵੀ ਕੀਤੀ ਹੈ ਇੱਕ ਦਿਨ ਪਿਛਲੇ ਵੀਕ, ਤੇ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੇ ਮੈਂ ਆਪਣੇ ਵੱਲੋਂ ਤੇ ਸਮੂਹ ਅਵਤਾਰ ਸਿੰਘ ਅਟਵਾਲ ਵੱਲੋਂ ਆਪਾਂ ਫਿਰ ਜਿੰਨੇ ਸੈਕਰਾਮੈਂਟੋ ਦੇ ਸਰੋਤੇ ਇਸ ਵੇਲੇ ਸੁਣ ਰਹੇ ਆ, ਮੈਂ ਉਹਨਾਂ ਨੂੰ ਇਹ ਕਹਿਣਾ ਚਾਹੂੰਗਾ ਵੀ ਆਪਾਂ ਸਾਰੇ ਜਣੇ ਫਿਰ ਹਮਲਾ ਮਾਰੀਏ ਤੇ ਆਪਾਂ ਵੀਰਵਾਰ ਨੂੰ ਸਵੇਰੇ 8:30 ਵਜੇ ਉੱਥੇ ਪਹੁੰਚੀਏ। ਤੇ ਇਹਨਾਂ ਕਹਿੰਦਾ ਹੋਇਆ ਮੈਂ ਸੇਵਾ ਦਾ ਜੱਜ ਕਿਹਾ ਜੀ, ਤੇ ਮੈਂ ਇਹ ਬੇਨਤੀ ਕਰੀ ਸੀ। ਮੈਂ ਧੰਨਵਾਦ ਕਰਨਾ ਚਾਹੂੰਗਾ ਨਰਿੰਦਰ ਸਿੰਘ ਸਾਂਧੀ, ਜਿਹਨੇ ਕਿ 2 ਬੱਸਾਂ ਦਾ ਇੰਤਜ਼ਾਮ ਕੀਤਾ। ਇੱਕ ਬੱਸ ਚੱਲੂਗੀ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਤੋਂ, ਉਹ ਉੱਥੋਂ 2 ਗੇੜੇ ਲਾ ਸਕਦੀ ਆ, ਇੱਕ ਗੇੜਾ ਲਾਊ ਜਿੰਨੇ ਵੀ ਆਪਣੇ ਕੋਲ ਉੱਥੇ ਮਿਲ ਗਏ ਸਰੋਤੇ ਇੱਥੇ ਲਿਆਉਣ ਨੂੰ। ਤੇ ਉਸ ਤੋਂ ਬਾਅਦ ਗੁਰੂ ਘਰ ਵੈਸਟ ਸੈਕਰਾਮੈਂਟੋ, ਉੱਥੋਂ ਵੀ ਸਵੇਰੇ 8 ਵਜੇ ਬੱਸ ਚੱਲੂਗੀ, ਜਿਹੜੀ ਕਿ ਜਿਹਨਾਂ ਨੂੰ ਕੋਈ ਪਾਰਕ ਦਾ ਇਸ਼ੂ ਆ ਡਾਊਨਟਾਊਨ, ਜਿਹੜੇ ਉੱਥੇ ਨਹੀਂ ਪਾਰਕ ਕਰ ਸਕਦੇ, ਉਹ ਗੁਰੂ ਘਰਾਂ 'ਚ ਆਪਣੀਆਂ ਗੱਡੀਆਂ ਪਾਰਕ ਕਰਕੇ ਉੱਥੇ ਦੋਨੇ ਥਾਂ ਗੁਰੂ ਕੇ ਲੰਗਰ ਤਿਆਰ ਨੇ, ਤੇ ਲੰਗਰ ਪਾਣੀ ਛਕੋ, ਬੱਸ 'ਚ ਬੈਠੋ ਤੇ ਪ੍ਰੋਟੈਸਟ ਤੇ ਪਹੁੰਚੋ। ਸਾਰਿਆਂ ਨੂੰ ਇਹਨਾਂ ਕਹਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਜਾਂਦੇ ਹੋਰ ਤਾਂ ਨਹੀਂ ਕਾਲ ਰਾਜ ਨਹੀਂ ਜੀ, ਬਸ ਜੀ ਸਮਾਪਤ। ਠੀਕ। ਇੱਕ ਜ਼ਰੂਰ ਮੈਂ ਬੇਨਤੀ ਕਰਨੀ ਆ ਵੀ ਆਪਣੇ ਜਿਹੜੇ ਸਦਰਨ ਕੈਲੀਫੋਰਨੀਆ ਦੇ ਭੈਣ ਭਰਾ ਆ, ਬਹੁਤ ਜ਼ੋਰ ਨਾਲ ਲੱਗੇ ਹੋ ਅੱਜ ਪ੍ਰੋਟੈਸਟ ਤੇ ਜਿਹੜੇ ਆਪਾਂ ਨਹੀਂ ਉੱਥੇ ਪਹੁੰਚ ਸਕਦੇ, ਕ੍ਰਿਸ ਹੋਲਡਨ ਜੋ ਅਸੈਂਬਲੀ ਦਾ ਚੇਅਰ ਆ, ਜਿਹਦੇ ਕੋਲ ਸ਼ੁੱਕਰਵਾਰ ਨੂੰ ਹੀਅਰਿੰਗ ਹੋਣੀ ਹੈ ਇਸ ਬਿੱਲ ਦੀ, ਉਹਦੇ ਆਫਿਸ ਦਾ ਨੰਬਰ ਆਪਾਂ ਕਾਲ ਕਰ ਸਕਦੇ ਹਾਂ ਉਹਦੇ ਆਫਿਸ। ਸੋ ਅੱਜ ਉਹਦੇ ਆਫਿਸ ਪੂਰਾ ਬੰਬਾਰਡ ਕਰਨਾ ਕਾਲਾਂ ਦੇ ਨਾਲ। ਉਹਦੇ ਆਫਿਸ ਦਾ ਨੰਬਰ ਸਾਰੇ ਨੋਟ ਕਰ ਲਓ, 9163192041, 916-319-2041। ਇੱਕ ਵਾਰੀ ਫੇਰ ਪੇਪਰ ਪੈਨ ਜਿਹੜੇ ਮਿਸ ਕਰ ਗਏ ਨੋਟ ਕਰ ਲਓ, 916-319-2041। ਤੁਸੀਂ ਉਹਦੇ ਆਫਿਸ ਕਾਲ ਕਰਨਾ ਵੀ ਮੈਂ ਆਇਆ ਜੀ ਤੇ ਮੈਂ ਆਈ ਐਮ ਅਗੇਂਸਟ ਦਿਸ ਬਿੱਲ, ਤੇ ਉਹ ਬਹੁਤ ਪੁੱਛ ਲੈਂਦੇ ਆ ਤੁਹਾਡਾ ਪਲੀਜ਼ ਵੋਟ ਨੋ। ਸੋ ਉਹਦੇ ਆਫਿਸ 'ਚ ਅੱਜ ਹਜ਼ਾਰਾਂ ਦੇ ਹਿਸਾਬ ਨਾਲ ਕਾਲਸ ਜਾਣੀਆਂ ਚਾਹੀਦੀਆਂ। ਆਫਿਸ ਦੇ ਵਿੱਚ ਫੋਨ ਉਹਦਾ ਪੂਰਾ ਬਿਜ਼ੀ ਹੋਵੇ ਤੇ ਉਹਦਾ ਜਿਹੜਾ ਲੋਕਲ ਆਫਿਸ ਆ ਉੱਥੇ ਵੱਡਾ ਪ੍ਰੋਟੈਸਟ ਹੋਵੇ, ਫੇਰ ਜਿਹੜੀਆਂ ਸਰਕਾਰਾਂ ਉਹ ਹਿੱਲਣੀਆਂ ਹੈਗੀਆਂ। ਸੋ ਸਾਨੂੰ ਇਹ ਐਕਟਿਵ ਹੋਣਾ ਪੈਣਾ ਹੈਗਾ ਜੀ। ਇਹ ਬਿਲਕੁਲ ਬੜੀਆਂ ਕੋਸ਼ਿਸ਼ਾਂ ਹੋਈਆਂ। ਇਹ ਜਿਹੜਾ ਪ੍ਰੋਪ 47 ਤੋਂ ਬਾਅਦ ਦੇ ਵਿੱਚ ਜਿਹੜਾ ਗਾਹ ਪਿਆ, ਹੁਣ UC ਬਰਕਲੀ ਤਾਂ ਬਹੁਤ ਲੈਫਟ ਲੀਨਿੰਗ ਯੂਨੀਵਰਸਿਟੀ ਆ। ਬਿਲਕੁਲ ਲਾਈਕ ਉਹ ਹੈ ਹੀ ਹੈ ਨਾ, ਮਤਲਬ ਉਹ ਤੋਂ ਜ਼ਿਆਦਾ ਤਾਂ ਹੋਰ ਕੁਝ ਨਹੀਂ ਹੋ ਸਕਦਾ। ਜੇ ਲੈਫਟ ਆ ਤੇ ਉਹ ਐਕਸਟਰਾ ਲੈਫਟ ਆ,
ਉਹ ਮਤਲਬ ਇੰਨੇ ਪ੍ਰੋਗਰੈਸਿਵ ਉਹ ਜਿਹੜੀ ਯੂਨੀਵਰਸਿਟੀ ਮੰਨੀ ਜਾਂਦੀ ਹੈ ਇਸ ਮਾਮਲੇ 'ਚ। ਜੇ ਉਹ ਕਹਿ ਰਹੀ ਆ ਵੀ ਭਾਈ ਇਹ ਇੱਕਦਮ ਰੱਦੀ ਜਿਹੜੀ ਚੀਜ਼ ਨਿਕਲੀ ਆ, ਕਿੰਨੇ ਜਿਹੜੇ ਬਿੱਲ ਹੋਰ ਲਿਆਂਦੇ ਗਏ ਇਸ ਨੂੰ ਜਿਹੜਾ ਉਲਟਾਉਣ ਦੇ ਲਈ, ਪਰ ਆਪਾਂ ਨੂੰ ਪਤਾ ਹੈ ਵੀ ਉਹ ਕਿਹੜੇ ਪਾਸੇ ਆ। ਡੀਏਸ ਦੀਆਂ ਪ੍ਰਾਇਓਰਟੀਆਂ ਹੋਰ ਹੀ ਪਾਸੇ ਨੂੰ ਜਿਹੜੀਆਂ ਉਹ ਲੱਗੀਆਂ ਹੋਈਆਂ ਆ, ਉਹਨਾਂ ਨੂੰ ਹੋਰ ਪਾਸੇ ਕੰਮੀ ਲਾਇਆ ਆ। ਚੋਰਾਂ ਜਿਹੜੇ ਲਟੇਰਿਆਂ ਨੂੰ ਜਿਹੜਾ ਉਹ ਛੱਡਿਆ ਜਾ ਰਿਹਾ। 2 ਕੁ ਬਿੱਲ ਹੋਰ ਪਾਸ ਹੋਣ ਦੀ ਕਗਾਰ ਤੇ ਆ, ਜਿਹਦੇ ਵਿੱਚ ਇੱਥੋਂ ਤੱਕ ਕਿ ਫਸਟ ਡਿਗਰੀ ਮਰਡਰ ਚਾਰਜ ਦੇ ਵਿੱਚ ਕਨਵਿਕਟਡ ਬੰਦਾ ਜਿਹਦੀ ਲਾਈਫ ਇੰਪ੍ਰਿਜ਼ਨਮੈਂਟ ਆ ਵਿਦਾਊਟ ਐਨੀ ਪੋਸੀਬਿਲਿਟੀ ਆਫ ਪਰੋਲ, ਉਹਨੂੰ ਪਰੋਲ ਦੇਣ ਦੀ ਜਿਹੜੀ ਸਿਫਾਰਿਸ਼ ਆ ਉਸ ਬਿੱਲ ਦੇ ਤਹਿਤ। ਤੇ ਜਿਹੜੇ ਹੋਰ ਲੋ ਲੈਵਲ ਜਿਹੜੇ ਕ੍ਰਾਈਮਸ ਜਿਨ੍ਹਾਂ ਨੂੰ ਮੰਨਿਆ ਜਾਂਦਾ ਆ, ਉਹਨਾਂ ਨੂੰ ਜਿਹੜਾ ਉਹ ਬਾਹਰ ਛੱਡਣ ਦੀ ਸਿਫਾਰਿਸ਼ ਆ। ਸੋ 2 ਬਿੱਲ ਅਜਿਹੇ ਹੋਰ ਉਹ ਆ ਰਹੇ ਆ। ਸੋ ਭਾਈ ਅੱਖਾਂ ਖੋਲ ਕੇ ਤੇ ਕੰਨ ਜਿਹੜੇ ਆ ਉਹ ਜਿਹੜਾ ਦੇਖ ਕੇ ਖੋਲ ਕੇ ਜਿਹੜਾ ਉਹ ਚੱਲੋ ਕਿੱਧਰਲੇ ਪਾਸੇ ਨੂੰ ਜਿਹੜਾ ਉਹ ਆਪਾਂ ਜਾ ਰਹੇ ਹੈਗੇ ਆ। ਸੋ ਅੱਜ ਜਿਹੜੇ ਕਹਿ ਰਹੇ ਆ ਵੀ ਸ਼ਾਇਦ ਮੇਰੇ ਤੇ ਅਸਰ ਨਹੀਂ ਹੋਣਾ, ਉਹ ਪਹਿਲੋਂ ਸ਼ਹਿਰ 'ਚ ਆਉਂਦੇ ਆ, ਫਿਰ ਗਾਂ ਮਹੱਲੇ 'ਚ ਆਉਂਦੇ ਆ, ਫਿਰ ਗਵਾਂਢੀਆਂ ਦੇ ਆਉਂਦੇ ਆ। ਆਪਾਂ ਚੁੱਪ ਬੈਠੇ ਰਹਿੰਦੇ ਤੇ ਜਿੱਦਣ ਘਰੇ ਆਏ ਆ ਉਦਣ ਆਲੇ ਦੁਆਲੇ ਬਚਣਾ ਕੋਈ ਨਹੀਂ ਆ। ਸੋ ਭਾਈ ਹਮਲਾ ਮਾਰ ਲਓ ਮਿਲ ਕੇ। ਤੁਸੀਂ ਦੇਖੋ ਨਾ ਰਾਜਕਨਵੀਰ ਸਿੰਘ ਜੀ, ਵੀ ਜਿਹੜੇ ਲੋਕ ਹੁਣ ਅੱਜ ਤੋਂ 20-25 ਸਾਲ ਪਹਿਲਾਂ ਕਿਸੇ ਨੂੰ ਵੀ ਕੋਈ ਇੰਡੀਆ ਤੋਂ ਕਿਤੋਂ ਕਾਲ ਕਰਦਾ, ਕਿੱਥੇ ਰਹਿੰਦੇ ਜੀ, ਸੈਨ ਫਰਾਂਸਿਸਕੋ ਏਰੀਏ 'ਚ, ਹਨਾ, ਤੇ ਚਾਹੇ ਉਹ ਸੈਨੋਜ਼ੇ ਹੀ ਰਹਿੰਦੇ ਸੀ। ਹੁਣ ਕੋਈ ਸੈਨ ਫਰਾਂਸਿਸਕੋ ਦਾ ਨਾਂ ਲੈ ਕੇ ਰਾਜੀ ਨਹੀਂ। ਜੇ ਕਹੋਗੇ ਵੀ ਉਸ ਏਰੀਏ 'ਚ ਰਹਿੰਦੇ, ਅੱਛਾ ਯਾਰ ਹਨਾ ਇੰਨਾ ਕ੍ਰਾਈਮ ਆ, ਬੜਾ ਅਫਸੋਸ ਹੋਇਆ ਤੁਸੀਂ ਉੱਥੇ ਰਹਿੰਦੇ ਹੁਣ ਤਾਂ ਏਦਾਂ ਕਹਿੰਦੇ ਆ। ਸੋ ਇੱਕ ਜ਼ਰੂਰ ਆਪਾਂ ਸਰੋਤਿਆਂ ਨੂੰ ਕਹਿੰਦੇ, ਜੋ ਅਸੀਂ ਕਹਿ ਰਹੇ ਤੁਸੀਂ ਜ਼ਰੂਰੀ ਨਹੀਂ ਵੀ ਉਹ ਸੱਚ ਮੰਨਣਾ। ਅੱਜ ਕੱਲ ਬਹੁਤ ਈਜ਼ੀ ਆ, ਗੂਗਲ ਤੇ ਸਰਚ ਮਾਰੋ ਪ੍ਰੋਪੋਜੀਸ਼ਨ 47 ਕਦੋਂ ਕੀ ਹੋਇਆ, SV 553 ਕਦੋਂ ਕੀ ਹੋਇਆ, ਸਾਰਾ ਕੁਝ ਤੁਸੀਂ ਉੱਥੇ ਸਰਚ ਕਰ ਸਕਦੇ ਹੋ। ਤਾਂ ਕਿ ਅਸੀਂ ਵੀ ਨਹੀਂ ਕਹਿੰਦੇ ਕਿ ਤੁਸੀਂ ਸਾਡਾ ਜਿਹੜਾ ਅੰਨਾ ਯਕੀਨ ਕਰੋ, ਉੱਥੇ ਸਰਚ ਆਪ ਵੀ ਸਰਚ ਕਰ ਲਓ। ਬਿਲਕੁਲ ਇੱਕ ਦੂਜੇ ਦੀਆਂ ਗੱਲਾਂ ਤੇ ਨਾ ਯਕੀਨ ਕਰੋ ਭਈ ਆਹ ਹੋ ਗਿਆ। ਹੁਣ ਜਿਹੜੀ ਅੱਜ ਪ੍ਰੈਸ ਰਿਲੀਜ਼ ਕੀਤੀ ਹੈਗੀ ਆ ਡੇਵਿਡ ਕਰਟੀਜ਼ੀ ਨੇ, ਸੈਨੇਟਰ ਨੇ, ਬੜੇ ਧਿਆਨ ਨਾਲ ਪੜ੍ਹਿਓ ਵਿੱਚ ਹੈ ਕੀ ਆ, ਹਨਾ, ਕੀ ਸੁਣਨਾ ਹੀ ਆ, ਤੇ ਉਹ ਆਪ ਖੁਦ ਪੜ੍ਹਿਓ ਤੁਸੀਂ। ਹੁਣ ਅਸੀਂ ਪੂਰਾ ਪੜ੍ਹ ਕੇ ਨਹੀਂ ਸੁਣਾਣੀ ਤੁਹਾਨੂੰ, ਠੀਕ ਹੈ ਜੀ। ਤੇ ਚਲੋ ਜੀ, ਇਜਾਜ਼ਤ ਹੈ ਸਭ ਨੂੰ, ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ।